ਜਦੋਂ UCC ਲਾਗੂ ਹੋ ਜਾਏਗਾ ਉਦੋਂ ਆਨੰਦ ਮੈਰਿਜ ਐਕਟ ਦੀ ਵੀ ਜਗ੍ਹਾ ਰਹੂਗੀ, ਕਿਉਂਕਿ ਉਹ ਤਾਂ ਫਿਰ ਉਹ ਜਦ ਯੂਨੀਫਾਰਮ ਸਿਵਲ ਕੋਡ ਆਪਾਂ ਗੱਲ ਕਰ ਰਹੇ ਹਾਂ ਤੇ ਫਿਰ ਆਨੰਦ ਮੈਰਿਜ ਐਕਟ ਦੀ ਜਗ੍ਹਾ ਬਣੀ ਰਹੇਗੀ ਤੁਹਾਡੇ ਮੁਤਾਬਕ? ਆਨੰਦ ਮੈਰਿਜ ਐਕਟ ਬਣਿਆ ਰਹੇਗਾ। ਆਨੰਦ ਮੈਰਿਜ ਐਕਟ ਦੇ ਵਿੱਚ ਜਿਹੜੀਆਂ ਧਾਰਮਿਕ ਹੈ ਨਾ ਜੀ ਰੀਤੀ ਰਿਵਾਜ, ਅਸੀਂ ਉਹਨਾਂ ਨੂੰ ਰੀਤੀ ਰਿਵਾਜਾਂ ਨੂੰ ਰੱਖਾਂਗੇ। ਰੀਤੀ ਰਿਵਾਜ ਹਰ ਧਰਮ ਆਪਣੇ ਆਪਣੇ ਕਰੇਗਾ। ਗੱਲ ਤਾਂ ਇਹ ਹੈ ਕਿ ਲਾਅ ਆਫ ਅਡਾਪਸ਼ਨ ਨਹੀਂ ਹੈਗਾ, ਲਾਅ ਆਫ ਇਨਹੈਰੀਟੈਂਸ ਜਿਹੜਾ ਆ, ਜਾਂ ਜਿਹੜੀਆਂ ਲੇਡੀਜ਼ ਲਈ ਜਿਹੜੇ ਅਧਿਕਾਰ ਹੈਗੇ ਆ ਉਹ ਸਾਰਿਆਂ ਦਾ ਬਰਾਬਰ। ਆਨੰਦ ਮੈਰਿਜ ਐਕਟ ਲਾਗੂ ਹੋ ਰਿਹਾ ਸਾਰੀਆਂ ਸਟੇਟਾਂ 'ਚ, ਅਸਾਮ ਵਰਗੀ ਸਟੇਟ 'ਚ ਲਾਗੂ ਹੋ ਰਿਹਾ, ਉੱਤਰਾਖੰਡ 'ਚ ਲਾਗੂ ਹੋ ਰਿਹਾ। ਦੇਖੋ ਕਿੱਡੀ ਵੱਡੀ ਉਹਨਾਂ ਦੀ ਸੋਚ ਹੈਗੀ ਆ। ਇਸ਼ੂ ਬੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਗਰਾਤਿਆਂ ਨੂੰ ਲੈ ਕੇ। ਕਨਈਆ ਮਿੱਤਲ ਜਾਗਰਣ ਕਰਦੇ ਨੇ, ਚੌਂਕੀਆਂ ਕਰਦੇ ਨੇ, ਉੱਧਰ ਦੂਜੇ ਪਾਸੇ ਗਾਇਕ ਨੇ ਮਾਸਟਰ ਸਲੀਮ। ਇਹਨਾਂ ਦੇ ਵਿੱਚ ਵਿਵਾਦ ਬੜਾ ਚੱਲ ਰਿਹਾ ਹੈ। ਕਨਈਆ ਮਿੱਤਲ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ ਜਾਗਰਣ ਹੋ ਰਹੇ ਨੇ, ਮਾਤਾ ਦੇ ਜਾਗਰਣ ਦੇ ਵਿੱਚ ਮੁਸਲਮਾਨਾਂ ਤੋਂ ਕਿਉਂ ਗਵਾਇਆ ਜਾ ਰਿਹਾ? ਇੱਦਾਂ ਦਾ ਵਿਵਾਦ ਬਣ ਗਿਆ। ਇਹ ਵਿਵਾਦ ਹੁਣ ਲਗਾਤਾਰ ਵੱਧਦਾ ਜਾ ਰਿਹਾ। ਕਮਿਸ਼ਨ ਨੂੰ ਕਿਵੇਂ ਦੇਖ ਰਿਹਾ? ਦੇਖੋ ਗੱਲ ਇਹ ਆ, ਇਹ ਵਿਵਾਦ ਦਾ ਵਿਸ਼ਾ ਨਹੀਂ ਚਾਹੀਦਾ। ਇੱਕ ਕਲਾਕਾਰ ਹੈ, ਉਹ ਆਪਣੀ ਕਲਾ ਦੇ ਰਾਹੀਂ ਉਸ ਦੀ ਗੱਲ ਕਰ ਰਿਹਾ। ਵਿਵਾਦ ਤਾਂ ਹੋਣਾ ਚਾਹੀਦਾ ਹੈ ਜੇ ਇੱਕ ਗਾਇਕ ਆਪਣੀ ਗਾਇਕੀ ਦੇ ਵਿੱਚ ਕਿਸੇ ਧਰਮ ਦਾ ਅਪਮਾਨ ਕਰੇ, ਵਡਿਆਈ ਕਰ ਰਿਹਾ। ਢਿੱਲੋਂ ਬ੍ਰਦਰ, ਦੋ ਸਗੇ ਭਰਾਵਾਂ ਨੇ ਇੱਕ ਪੁਲਿਸ ਅਫਸਰ ਤੋਂ ਤੰਗ ਆ ਕੇ ਛਾਲ ਮਾਰਤੀ ਸੀ, ਉਹਦੇ ਤੇ ਆਰੋਪ ਲਗਾਇਆ ਔਰ ਇੱਕ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਜਲੰਧਰ ਦੇ ਹੀ ਰਹਿਣ ਵਾਲੇ ਨੇ ਉਹ। ਮੈਂ ਤੁਹਾਡੇ ਤੋਂ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਜਦੋਂ ਉਹਨਾਂ ਨੇ ਦਰਿਆ ਦੇ ਵਿੱਚ ਛਲਾਂਗ ਮਾਰੀ ਤਾਂ ਤੁਸੀਂ ਵੀਡੀਓ ਦੇਖੀ ਹੋਣੀ ਕਿ ਉਹ ਪੱਗ ਦਸਤਾਰ ਉੱਥੇ ਰੱਖ ਕੇ ਉਹਨਾਂ ਨੇ ਛਲਾਂਗ ਮਾਰੀ ਔਰ ਆਰੋਪ ਉਹਨਾਂ ਦਾ ਇਹ ਸੀਗਾ ਕਿ ਥਾਣੇ ਦੇ ਵਿੱਚ ਵੱਡੇ ਭਰਾ ਦੀ ਦਸਤਾਰ ਲਾਈ ਗਈ ਪੁਲਿਸ ਇੰਸਪੈਕਟਰ ਦੇ ਵੱਲੋਂ ਕੁੱਟਮਾਰ ਦੇ ਵਿੱਚ। ਵਿਵਾਦ ਬਹੁਤ ਬਣਿਆ ਪਿਆ। ਕਮਿਸ਼ਨ ਇਹਦੇ ਤੇ ਕੋਈ ਐਕਸ਼ਨ ਲੈਣਾ ਚਾਹੁੰਦਾ? ਉਹਨਾਂ ਨੂੰ ਨੋਟਿਸ ਦਿੱਤਾ ਪੰਜਾਬ ਸਰਕਾਰ ਨੂੰ, ਇਹਦੀ ਪੂਰੀ ਡਿਟੇਲ ਰਿਪੋਰਟ ਮੰਗੀ ਹੈ। ਦੂਜੀ ਗੱਲ, ਮੈਂ ਆਪ ਉੱਥੇ ਜਾ ਰਿਹਾ। ਜਿਹੜਾ ਸਾਬਤ ਸੂਰਤ ਦਸਤਾਰ ਸਿਰਾ ਸਿੱਖ ਦੀ ਪਹਿਚਾਣ ਹੈ। ਜੇ ਪੰਜਾਬ ਦੇ ਵਿੱਚ ਹੀ ਦਸਤਾਰ ਲਾਈ ਜਾਏਗੀ ਤੇ ਅਸੀਂ ਕੈਨੇਡਾ, ਅਮਰੀਕਾ, ਦੂਜੇ ਪਾਸੇ ਜਿੱਥੇ ਸਿੱਖ ਝਗੜੇ ਕਰ ਰਹੇ ਆ ਕਿ ਅਸੀਂ ਸਾਡੀ ਸ਼ਾਨ ਹੈ, ਸਾਡੇ ਸਰੀਰ ਦਾ ਅੰਗ ਹੈ, ਉਹਨਾਂ ਤੇ ਕੀ ਪ੍ਰਭਾਵ ਜਾਏਗਾ? ਪ੍ਰਧਾਨ ਮੰਤਰੀ ਮੋਦੀ ਕਿਉਂਕਿ ਲਗਾਤਾਰ ਹਜੇ ਵੀ ਉਹ ਇਹੀ ਕਰ ਰਹੇ ਨੇ ਕਿ ਮੇਰੀ ਸਿੱਖਾਂ ਦੇ ਅੰਦਰ ਇੱਕ ਜਗ੍ਹਾ ਬਣੀ ਹੋਣੀ ਚਾਹੀਦੀ ਹੈ। ਧਾਰਨਾ ਜ਼ਰੂਰ ਹੈ ਕਿ ਜਿਹੜੇ 3 ਖੇਤੀ ਕਾਨੂੰਨਾਂ ਦਾ ਜੋ ਪ੍ਰੋਟੈਸਟ ਹੋਇਆ ਉਸ ਤੋਂ ਬਾਅਦ ਵੀ ਦੂਰੀ ਹੈਗੀ ਹੈ। ਤੁਹਾਡੇ ਨਾਲ ਜਦੋਂ ਬੈਠਦੇ ਹੋਣਗੇ, ਮੀਟਿੰਗ ਕਰਦੇ ਹੋਣਗੇ, ਸਿੱਖਾਂ ਦੇ ਪ੍ਰਤੀ ਫਿਰ ਪ੍ਰਧਾਨ ਮੰਤਰੀ ਮੋਦੀ ਕੀ ਵਿਚਾਰ ਰੱਖਦੇ ਨੇ? ਉਹ ਇੱਕੋ ਗੱਲ ਹੈ, अरे भाई मैं सिख कौम को प्यार करता हूँ, आप मुझे काम बताइए, मैं करता हूँ। ਸਾਲ 2023 ਦੇ ਜਿਹੜੇ ਇਹ ਰਹਿੰਦੇ 6 ਮਹੀਨੇ ਨੇ ਜੁਲਾਈ ਤੋਂ ਬਾਅਦ ਹੁਣ ਤੱਕ ਦਾ, ਇਹਨੂੰ ਆਪਾਂ ਵੋਟਾਂ ਵਾਲਾ ਮੌਸਮ ਕਵਾਂਗੇ ਕਿਉਂਕਿ 2024 ਦੇ ਸ਼ੁਰੂਆਤ ਦੇ ਵਿੱਚ ਹੀ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਆ ਔਰ ਲਗਾਤਾਰ ਪਿਛਲੇ 2-3 ਮਹੀਨੇ ਤੋਂ ਆਉਣ ਵਾਲੇ ਅਗਲੇ 2-3 ਮਹੀਨਿਆਂ 'ਚ ਇਸ ਵੇਲੇ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕੋ ਮੌਸਮ ਹੈ, ਵੋਟਾਂ ਦਾ ਮੌਸਮ। ਔਰ ਜਦੋਂ ਵੋਟਾਂ ਦੀ ਗੱਲ ਹੋ ਰਹੀ ਹੈ ਤਾਂ ਇਸ ਵੇਲੇ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ ਓਪੋਜੀਸ਼ਨ ਤੇ ਸਰਕਾਰ ਦੇ ਵਿਚਕਾਰ ਮਾਈਨੋਰਿਟੀਜ਼ ਨੂੰ ਲੈ ਕੇ। ਜਿਹੜੀ ਮਾਈਨੋਰਿਟੀਜ਼ ਨੇ, ਘੱਟ ਗਿਣਤੀਆਂ ਨੇ, ਉਹਨਾਂ ਨੂੰ ਲੈ ਕੇ ਓਪੋਜੀਸ਼ਨ ਇਹ ਹਮੇਸ਼ਾ ਚਿੰਤਾ ਜਤਾ ਰਹੀ ਹੈ ਕਿ ਇਸ ਸਰਕਾਰ ਦੇ ਵਿੱਚ ਮਾਈਨੋਰਿਟੀਜ਼ ਸੇਫ ਨਹੀਂ ਹੈਗੀਆਂ। ਪਰ ਅਸਲ ਸਥਿਤੀ ਕੀ ਹੈ, ਇਹ ਤਮਾਮ ਪਹਿਲੂਆਂ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ। ਲਾਲਪੁਰਾ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਸਮ ਜ਼ਰੂਰ ਵੋਟਾਂ ਦਾ, ਪਰ ਚਿੰਤਾ ਓਪੋਜੀਸ਼ਨ ਵਾਲਿਆਂ ਨੂੰ ਮਾਈਨੋਰਿਟੀਜ਼ ਦੀ ਹੈ। ਤੁਸੀਂ ਤਾਂ ਹੁਣ ਉਸ ਕੁਰਸੀ ਤੇ ਬੈਠੇ ਹੋ, ਮਾਈਨੋਰਿਟੀਜ਼ ਦੀ ਅਸਲ ਸਥਿਤੀ ਹੈ ਕੀ ਹੈ ਇਸ ਵੇਲੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਮਾਈਨੋਰਿਟੀਜ਼ ਦੀ ਕਦੇ ਇੰਡੀਆ ਜਿਹੜਾ ਨਾਂ ਹੈਗਾ ਇਹਨਾਂ ਨੇ ਤਾਂ ਕੀਤੀ ਨਹੀਂ। 1978 ਦੇ ਵਿੱਚ ਮਾਈਨੋਰਿਟੀ ਕਮਿਸ਼ਨ ਬਣਿਆ, ਉਦੋਂ ਮੁਰਾਰਜੀ ਦੇਸਾਈ ਜੀ ਦੀ ਗਵਰਨਮੈਂਟ ਸੀ, ਅਟਲ ਬਿਹਾਰੀ ਵਾਜਪਾਈ ਜੀ ਤੇ LK ਅਡਵਾਨੀ ਜੀ ਐਕਸਟਰਨਲ ਅਫੇਅਰ ਤੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ। ਅਡਵਾਨੀ ਜੀ ਦੱਸਦੇ ਆ ਕਿ ਅਸੀਂ ਇਹ ਗੱਲ ਕੀਤੀ ਕਿ ਪਿਛਲੇ 30 ਸਾਲ ਤੋਂ ਮਾਈਨੋਰਿਟੀਜ਼ ਨੂੰ ਡਰਾਇਆ ਜਾ ਰਿਹਾ, ਸੰਪਰਦਾਇਕ ਝਗੜੇ ਹੋ ਰਹੇ ਆ, ਇਹਨਾਂ ਨੂੰ ਕਿਵੇਂ ਰੋਕਿਆ ਜਾਵੇ, ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ। ਤੇ ਮਾਈਨੋਰਿਟੀ ਕਮਿਸ਼ਨ ਬਣਾਇਆ ਗਿਆ ਜਿਹਦਾ ਚੇਅਰਮੈਨ ਇੱਕ ਕੈਬਨਿਟ ਰੈਂਕ ਦਾ ਵਿਅਕਤੀ ਜਿਹੜਾ ਲਾਉਣ ਦਾ ਫੈਸਲਾ ਕੀਤਾ ਗਿਆ। ਉਸੇ ਫੈਸਲੇ 'ਚ ਹੀ ਸ਼ਡਿਊਲਡ ਕਾਸਟ ਕਮਿਸ਼ਨ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਔਰ 2 ਕਮਿਸ਼ਨ ਉਦੋਂ ਤੋਂ ਜਿਹੜੀ ਹੈ ਇਹ ਅਟਲ ਬਿਹਾਰੀ ਵਾਜਪਾਈ ਜੀ ਨੇ ਔਰ LK ਅਡਵਾਨੀ ਜੀ ਦੀ ਪ੍ਰੇਰਨਾ ਸਦਕੇ ਮੁਰਾਰਜੀ ਦੇਸਾਈ ਸਾਹਿਬ ਨੇ ਬਣਾਈ ਸੀ। ਤੇ ਜੇ ਇਹਨਾਂ ਨੂੰ ਚਿੰਤਾ ਹੁੰਦੀ ਤਾਂ 47 'ਚ ਹੀ ਬਣਾ ਦਿੰਦੇ ਕਮਿਸ਼ਨ। ਉਸ ਤੋਂ ਬਾਅਦ ਵੀ ਇਹ ਹਲੇ ਕਮਿਸ਼ਨ ਛੋਟਾ ਹੀ ਸੀ
ਤੇ ਦੇਸਾਈ ਜੀ ਦੀ ਗਵਰਨਮੈਂਟ ਡਿਸਮਿਸ ਹੋ ਗਈ 15 ਜੁਲਾਈ 79 ਨੂੰ। ਇਹਨੂੰ ਫੇਰ ਨੀਵਾਂ ਕਰ ਦਿੱਤਾ ਗਿਆ। ਇਹਨੂੰ ਜਿਹੜਾ ਇਹਦੇ ਕਾਰਜ ਖੇਤਰ ਸੀ ਉਹਦੇ ਤੇ ਜਿਹੜੀ ਆ ਉਹ ਜਿਸ ਢੰਗ ਨਾਲ ਸੋਚਿਆ ਸੀ ਸਰਕਾਰ ਨੇ ਤੇ ਉਸ ਢੰਗ ਦੇ ਜਿਹੜੀ ਹੈ ਇਹਨੂੰ ਡਾਇਲਿਊਟ ਕਰਤਾ ਗਿਆ ਇੰਦਰਾ ਗਾਂਧੀ ਦੀ ਗਵਰਨਮੈਂਟ ਵੇਲੇ ਫਿਰ ਇੰਦਰਾ ਗਾਂਧੀ ਦੀ ਗਵਰਨਮੈਂਟ। ਪਰ ਤੇ ਅੱਜ ਫੇਰ ਇਹ ਜਿਹੜਾ ਕਮਿਸ਼ਨ ਹੈ ਇਸ ਜਗ੍ਹਾ ਜਗ੍ਹਾ ਜਾ ਰਿਹਾ, ਸਭ ਮਾਈਨੋਰਟੀਜ਼ ਨੂੰ ਮਿਲ ਰਿਹਾ, ਉਹਨਾਂ ਨਾਲ ਡਾਇਲੌਗ ਵੀ ਹੈਗੀ ਹੈ, ਉਹਨਾਂ ਦੀਆਂ ਤਕਲੀਫਾਂ ਵੀ ਹੈ। ਇੱਕ ਵਹਿਮ ਪੈਦਾ ਕਰਤਾ ਗਿਆ ਕਿ 15 ਸਕੀਮਸ ਜਿਹੜੀਆਂ ਫਾਰ ਦੀ ਡਿਵੈਲਪਮੈਂਟ ਆਫ ਮਾਈਨੋਰਟੀਜ਼ ਬਣਾਈਆਂ ਜਾਣਗੀਆਂ, ਬਣੀਆਂ। ਲੇਕਿਨ ਮੋਦੀ ਜੀ ਕਹਿ ਰਹੇ ਸੀ ਇੱਕ ਦਿਨ ਗੱਲਬਾਤ 'ਚ ਕਿ ਅਸੀਂ ਜਿਹੜੀਆਂ ਬਾਕੀ ਸਕੀਮਾਂ ਨੇ 125 ਉਹਨਾਂ 'ਚ ਕਿੱਥੇ ਲਿਖਿਆ ਕਿ ਮਾਈਨੋਰਟੀਜ਼ ਲਈ ਨਹੀਂ। ਮਾਈਨੋਰਟੀਜ਼ ਲਈ ਤਾਂ ਐਕਸਟਰਾ 15 ਵੀ ਨੇ ਤੇ 125 ਜਾਂ 140 ਹੋ ਗਈਆਂ। ਸੋ ਪ੍ਰੋਪੋਗੇਟ ਤਾਂ ਇਹ ਹੋਣਾ ਚਾਹੀਦਾ ਕਿ ਅਸੀਂ ਭਾਰਤੀ ਦੇ ਤੌਰ ਤੇ ਹਰ ਸਕੀਮ ਦਾ ਫਾਇਦਾ ਲਈਏ ਔਰ ਹਰ ਸਕੀਮ ਜਿਹੜੀ ਹੈ ਉਹ ਪਿੰਡ ਪੱਧਰ ਤੇ ਲਾਗੂ ਹੋਵੇ। ਫਿਰ ਇਹੋ ਜਿਹਾ ਮਾਹੌਲ ਕਿਉਂ ਬਣਿਆ ਲਾਲਪੁਰਾ ਸਾਹਿਬ, ਚਾਹੇ ਉਹ ਸਿੱਖ ਹੋਣ ਚਾਹੇ ਉਹ ਮੁਸਲਿਮ ਹੋਣ, ਇਹ ਮਾਹੌਲ ਬਣਿਆ ਪਿਆ। ਰਾਹੁਲ ਗਾਂਧੀ ਨੂੰ ਲੇਹ ਦੇ ਵਿੱਚ ਜਾ ਕੇ ਕਿਉਂ ਕਹਿਣਾ ਪਿਆ ਕਿ ਮੁਸਲਿਮ ਜਿਹੜੇ ਨੇ ਅਨਸੇਫ ਫੀਲ ਕਰ ਰਹੇ ਨੇ ਭਾਰਤ ਦੇ ਵਿੱਚ? ਨਹੀਂ, ਉਹ ਠੀਕ ਹੈ, ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਸੀ ਕਿਉਂਕਿ ਜਿੰਨੀ ਦੇਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਜਾਂ ਉਹਨਾਂ ਦੀ ਭਾਈਵਾਲ ਲੋਕਾਂ ਦੀ ਸਰਕਾਰ ਰਹੀ, ਉਹਨਾਂ ਨੇ ਉੱਥੇ ਕੰਮ ਹੀ ਨਹੀਂ ਕੀਤਾ। ਮੈਨੂੰ ਇੱਕ ਲੜਕੀ ਮਿਲੀ ਹੈ, ਉਹਦੀ ਜਿਹੜੀ ਹੈ ਰਿਕਾਰਡਿੰਗ ਵੀ ਹੈਗੀ ਹੈ। 17, 18, 19 ਨੂੰ ਮੈਂ ਕਸ਼ਮੀਰ 'ਚ ਸੀਗਾ ਤੇ ਉਹ ਕਹਿਣ ਲੱਗੀ ਮੈਂ ਮੋਮਬੱਤੀ ਦੀ ਲਾਈਟ 'ਚ ਪੜ੍ਹੀ ਹਾਂ, ਮੇਰੇ ਪਿੰਡ 'ਚ ਅੱਜ ਵੀ ਲਾਈਟ ਹੈ ਨਹੀਂ ਤੇ ਮੇਰੇ ਪਾਣੀ ਲੈਣ ਲਈ ਮੇਰੇ ਫਾਦਰ ਨੂੰ 3 ਮੀਲ ਤੱਕ ਪਹਾੜ 'ਚ ਜਾਣਾ ਪੈਂਦਾ ਹੈ। ਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਪਿੰਡ ਨੇ। ਇਹਨਾਂ ਨੇ ਹਨੇਰਾ ਰੱਖਿਆ, ਹੁਣ ਚਾਨਣ ਸ਼ੁਰੂ ਕੀਤਾ ਭਾਰਤੀ ਜਨਤਾ ਪਾਰਟੀ ਨੇ ਔਰ ਉਹਦਾ ਚਾਨਣ ਜਿਹੜੇ ਆ ਉਹਦਾ ਰੋਸ਼ਨੀ ਸਾਰੇ ਕਸ਼ਮੀਰੀ ਮਾਣ ਰਹੇ ਆ। ਅੱਜ ਕਸ਼ਮੀਰ ਪੀਸਫੁਲ ਹੋ ਗਿਆ। ਜਦੋਂ ਤੁਸੀਂ ਕਮਿਸ਼ਨ ਦੇ ਚੇਅਰਮੈਨ ਦੇ ਤਰਜ ਤੇ ਤੁਸੀਂ ਕੁਰਸੀ ਤੇ ਬੈਠੇ ਹੋ, ਫਿਰ ਤੁਹਾਡੇ ਕੋਲ ਕਿਹੜੀ ਕੰਪਲੇਂਟਸ ਆ ਰਹੀਆਂ ਨੇ? ਜਿਹੜੀ ਆਪੋਜੀਸ਼ਨ ਮੁੱਦੇ ਚੱਕ ਰਹੀ, ਕੀ ਉਸ ਤਰ੍ਹਾਂ ਦੀਆਂ ਕੰਪਲੇਂਟਸ ਤੁਹਾਡੇ ਕੋਲ ਵੀ ਆ ਰਹੀਆਂ ਨੇ? ਮਸਲੇ ਤੁਹਾਡੇ ਕੋਲ ਆਉਂਦੇ ਨੇ? ਦੇਖੋ, ਕਈ ਜਿਹੜੀ ਹੈ ਨਾ, ਇੱਕ ਤਾਂ ਰਾਜਨੀਤੀਲੇ ਮੁੱਦੇ ਉਛਾਲੇ ਜਾਂਦੇ ਆ ਜਿਨ੍ਹਾਂ ਨੂੰ ਖਤਮ ਨਹੀਂ ਕੀਤਾ ਜਾਂਦਾ। ਜਦੋਂ ਤੁਸੀਂ ਪਾਵਰ 'ਚ ਸੀਗੇ ਤੁਸੀਂ ਉਹਨਾਂ ਦਾ ਹੱਲ ਕਿਉਂ ਨਹੀਂ ਕੀਤਾ? ਮੈਂ ਤਾਂ ਇੱਕ ਛੋਟਾ ਜਿਹਾ ਮੁੱਦਾ ਤੁਹਾਡੇ ਧਿਆਨ 'ਚ ਲਿਆਉਣਾ। 1909 'ਚ ਆਨੰਦ ਮੈਰਿਜ ਐਕਟ ਬਣਿਆ, ਅੱਜ ਤੱਕ ਪੰਜਾਬ 'ਚ ਲਾਗੂ ਨਹੀਂ ਹੋਇਆ। ਮੈਂ ਬੜੀ ਦੇਰ ਤੋਂ ਪਿਛਲੇ 2 ਸਾਲ ਤੋਂ ਲੱਗ ਕੇ 11 ਸਟੇਟਾਂ 'ਚ ਲਾਗੂ ਕਰਾ ਸਕਿਆ। ਚੰਡੀਗੜ੍ਹ ਵੀ ਲਾਗੂ ਹੋ ਗਿਆ, ਉੱਤਰਾਖੰਡ 'ਚ ਲਾਗੂ ਹੋ ਗਿਆ, ਅਸਾਮ 'ਚ ਹੋ ਗਿਆ, ਲੇਕਿਨ ਕੇਰਲਾ ਸਾਰੀ ਜਗ੍ਹਾ ਹੋਇਆ, ਪੰਜਾਬ 'ਚ ਹਲੇ ਲਾਗੂ ਨਹੀਂ ਹੋਇਆ। ਮੈਂ ਇਹੀ ਸਵਾਲ ਪੁੱਛਣਾ ਵੀ ਸੀਗਾ ਤੁਹਾਡੇ ਕੋਲੋਂ। ਹੁਣ ਜਦੋਂ ਆਪਾਂ ਆਨੰਦ ਮੈਰਿਜ ਐਕਟ ਦੀ ਗੱਲ ਕਰ ਰਹੇ ਹਾਂ, ਉਧਰ UCC ਦੀ ਲਾਅ ਕਮਿਸ਼ਨ ਲਗਾਤਾਰ ਰਾਏ ਮੰਗ ਰਿਹਾ। ਫਿਰ ਜਦੋਂ UCC ਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਥੇ ਜਾਂ ਫਿਰ ਜਿਹੜੀਆਂ ਸਿੱਖ ਮਾਈਨੋਰਿਟੀਜ਼ ਨੇ ਉਹ ਵੀ ਇਸ ਚੀਜ਼ ਦਾ ਇਤਰਾਜ਼ ਕਰ ਰਹੀਆਂ ਨੇ ਕਿ UCC ਕਿਉਂ ਆਵੇ। ਫਿਰ ਇੱਥੇ ਤਾਂ ਇੱਕ ਪਾਸੇ ਸਟਰਗਲ ਚੱਲ ਰਿਹਾ ਹੈ ਕਿ ਆਨੰਦ ਮੈਰਿਜ ਐਕਟ ਲਾਗੂ ਹੋਣਾ ਚਾਹੀਦਾ, ਫਿਰ ਯੂਨੀਫਾਰਮ ਸਿਵਲ ਕੋਡ ਆਏਗਾ ਤੇ ਇਹ ਤਾਂ ਫਿਰ ਮੁਸ਼ਕਲ ਪੈਦਾ ਹੋਏਗੀ ਹੋਰ। 1909 'ਚ ਆਨੰਦ ਮੈਰਿਜ ਐਕਟ ਇਸ ਕਰਕੇ ਬਣਿਆ ਕਿ ਸਿੱਖ ਰਹਿਤ ਮਰਿਆਦਾ ਨਾਲ ਹੋਈ ਸ਼ਾਦੀ ਉਹਨੂੰ ਕਾਨੂੰਨੀ ਪ੍ਰਵਾਨਗੀ ਦਿੱਤੀ ਜਾਵੇ। ਅੱਜ ਤੱਕ ਪੰਜਾਬ ਦੇ ਲਈ ਬਹੁਤ ਸਾਰੀਆਂ ਸਰਕਾਰਾਂ ਆਈਆਂ, ਕਿਸੇ ਨੇ ਉਹਦਾ ਫਾਰਮ ਤੱਕ ਨੋਟੀਫਿਕੇਸ਼ਨ ਤੱਕ ਨਹੀਂ ਕੀਤੀ। ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਇਹ ਅਡਾਪਸ਼ਨ ਨੂੰ ਡੀਲ ਕਰਦਾ, ਇਨਹੈਰੀਟੈਂਸ ਨੂੰ ਡੀਲ ਕਰਦਾ, ਲੇਡੀਜ਼ ਦੇ ਰਾਈਟਸ ਦੀ ਗੱਲ ਕਰਦਾ। ਇਹ ਤਾਂ ਆਨੰਦ ਮੈਰਿਜ ਐਕਟ ਅੱਗੇ ਹੀ ਹੈ ਨਹੀਂ। ਤੇ ਨਾ ਹੀ ਜਿਹੜੇ ਸਾਡੇ ਗੱਲਾਂ ਕਰਨ ਵਾਲੇ ਲੋਕ ਨੇ, ਜਦੋਂ ਇਹ ਪਾਰਲੀਮੈਂਟ 'ਚ ਰਹੇ ਇਹਨਾਂ ਨੇ ਕੋਈ ਮਤਾ ਪੇਸ਼ ਨਹੀਂ ਕੀਤਾ। ਪਰ ਕੀ ਫਿਰ ਜਦੋਂ UCC ਲਾਗੂ ਹੋ ਜਾਏਗਾ ਉਦੋਂ ਆਨੰਦ ਮੈਰਿਜ ਐਕਟ ਦੀ ਵੀ ਜਗ੍ਹਾ ਰਹੂਗੀ? ਕਿਉਂਕਿ ਉਹ ਤਾਂ ਫਿਰ ਉਹ ਜਦ ਯੂਨੀਫਾਰਮ ਸਿਵਲ ਕੋਡ ਆਪਾਂ ਗੱਲ ਕਰ ਰਹੇ ਹਾਂ ਤੇ ਫਿਰ ਆਨੰਦ ਮੈਰਿਜ ਐਕਟ ਦੀ ਜਗ੍ਹਾ ਬਣੀ ਰਹੇਗੀ ਤੁਹਾਡੇ ਮੁਤਾਬਕ? ਬਿਲਕੁਲ, ਆਨੰਦ ਮੈਰਿਜ ਐਕਟ ਬਣਿਆ ਰਹੇਗਾ। ਇਹ ਮੈਨੂੰ ਲੱਗਦਾ ਕਿ ਦੁਬਦਾ ਤੁਸੀਂ ਸ਼ਾਇਦ ਅੱਜ ਦੂਰ ਕਰ ਰਹੇ ਹੋਵੋਗੇ ਕਿਉਂਕਿ ਆਨੰਦ ਮੈਰਿਜ ਐਕਟ ਦੇ ਵਿੱਚ ਜਿਹੜੀਆਂ ਧਾਰਮਿਕ ਹੈ ਨਾ ਜੀ ਰੀਤੀ ਰਿਵਾਜ, ਅਸੀਂ ਉਹਨਾਂ ਨੂੰ ਰੀਤੀ ਰਿਵਾਜਾਂ ਨੂੰ ਰੱਖਾਂਗੇ। ਰੀਤੀ ਰਿਵਾਜ ਹਰ ਧਰਮ ਆਪਣੇ ਆਪਣੇ ਕਰੇਗਾ। ਗੱਲ ਤਾਂ ਇਹ ਹੈ ਕਿ ਲਾਅ ਆਫ ਅਡਾਪਸ਼ਨ ਨਹੀਂ ਹੈਗਾ, ਲਾਅ ਆਫ ਇਨਹੈਰੀਟੈਂਸ ਜਿਹੜਾ ਆ ਜਾਂ ਜਿਹੜੀ ਆ ਲੇਡੀਜ਼ ਲਈ ਜਿਹੜੇ ਅਧਿਕਾਰ ਹੈਗੇ ਆ ਉਹ ਸਾਰਿਆਂ ਦਾ ਬਰਾਬਰ ਹੋ ਜਾਣਗੇ। ਇਹ ਜਦੋਂ UCC ਦੇ ਬਾਰੇ ਪਹਿਲਾਂ ਤਾਂ ਸੰਵਿਧਾਨ ਬਣਾਉਣ ਵਾਲਿਆਂ ਨੇ ਫੈਸਲਾ ਕੀਤਾ ਕਿ ਹੋਣਾ ਚਾਹੀਦਾ, ਫਿਰ ਉਹਨੂੰ ਪੈਂਡਿੰਗ ਰੱਖ ਲਿਆ। ਉਸ ਤੋਂ ਬਾਅਦ ਅੱਜ ਵੀ ਗੋਆ ਦੇ ਵਿੱਚ UCC ਹੈਗਾ, ਸਿੱਕਮ ਦੇ ਵਿੱਚ ਹੈਗਾ। ਸੋ ਉਹਨਾਂ ਦਾ ਜਿਹੜਾ ਆ ਉਹਦੇ ਨਾਲ ਰਿਲੀਜੀਅਸ ਰਿਚੁਅਲਸ ਜਿਹੜੇ ਆ ਉਹਨਾਂ ਦਾ ਕਿਸੇ ਕਿਸਮ ਦਾ ਪ੍ਰਭਾਵ ਨਹੀਂ ਹੈਗਾ। ਜਿਹੜਾ ਮੈਰਿਜ ਸਰਟੀਫਿਕੇਟ ਹੈ that will be governed by
ਆਨੰਦ ਮੈਰਿਜ ਐਕਟ ਔਰ ਦੀ ਮੁਸਲਿਮ ਪਰਸਨਲ ਲਾ ਔਰ ਵਟਐਵਰ ਹਿੰਦੂ ਮੈਰਿਜ ਐਕਟ ਦੇ। ਲੇਕਿਨ ਜਿਹੜੀਆਂ ਦੂਜੇ ਮਸਲੇ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਹੈ ਲਾ ਆਫ ਇੱਕੋ ਲਾਅ ਬਣੇਗਾ, ਲਾ ਆਫ ਡਾਈਵੋਰਸ, ਤੇ ਇਹਦੇ ਲਈ ਇੱਕ ਬਣਨਾ। ਪਰ ਇਹ ਕਿਉਂਕਿ ਮੈਂ ਥੋੜਾ ਜਿਹਾ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹਾਂਗਾ ਕਿ ਤੁਸੀਂ ਬਤੌਰ ਸਿੱਖ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਬਣਨਾ ਹੀ ਬਣਨਾ ਹੈ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਇਹ ਕੀ ਭਾਰਤ ਸਰਕਾਰ ਚੰਗੇ ਤਰੀਕੇ ਨਾਲ ਇਹਨੂੰ ਕਨਵੇ ਕਰ ਸਕੇਗੀ ਪੰਜਾਬ ਦੇ ਵਿੱਚ? ਦੇਖੋ, ਕਨਵੇ ਤਾਂ ਸਾਡਾ ਕੰਮ ਹੈ ਲੋਕਾਂ ਨੂੰ ਦੱਸਣਾ, ਲੋਕਾਂ ਦਾ ਕੰਮ ਹੈ ਸਾਡੇ ਕੋਲੋਂ ਪੁੱਛਣਾ। ਅਸੀਂ ਜਦੋਂ ਆਨੰਦ ਮੈਰਿਜ ਐਕਟ ਵਿਲ ਕੰਟੀਨਿਊ ਟੂ ਬੀ ਇੰਪਲੀਮੈਂਟਡ, ਇਹਦੇ 'ਚ ਕੋਈ ਚੇਂਜ ਨਹੀਂ ਹੋਏਗੀ। ਗੱਲ ਤਾਂ ਵਿਚਾਰਨ ਦੀ ਇਹ ਆ, ਜਿਹੜੇ ਲੋਕੀ ਘਬਰਾਹ ਨਾ ਕਰੋ, ਤੁਸੀਂ ਹਲੇ ਤਾਈਂ ਸਿੱਖ ਇਨਹੈਰੀਟੈਂਸ ਲਾਅ ਨਹੀਂ ਬਣਾਇਆ, ਸਿੱਖ ਲਾਅ ਆਫ ਡਾਈਵੋਰਸ ਨਹੀਂ ਹੈਗਾ, ਸਿੱਖ ਲਾਅ ਆਫ ਅਡਾਪਸ਼ਨ ਨਹੀਂ ਹੈਗਾ। ਤੁਸੀਂ ਦੱਸੋ ਇਹਨਾਂ ਨੂੰ ਕਿਹੜੇ ਤੋਂ ਤੁਸੀਂ ਇਹਨੂੰ ਕਿਹੜੇ ਲਾਅ ਦੇ ਥੱਲੇ ਇਹਨੂੰ ਗਵਰਨ ਹੋ ਰਿਹਾ? ਮੈਂ ਇੱਕ ਵਾਰ ਫਿਰ ਹੁਣ ਗੱਲ ਇਹ ਹੈ, ਤੁਸੀਂ ਜਿਹੜਾ ਉਹ ਵੀ ਸਾਡਾ ਕੇਂਦਰ ਦਾ ਲਾਅ ਹੈਗਾ ਉਹਦੇ ਥੱਲੇ ਹੋ ਰਿਹਾ ਸੀ। ਜਦੋਂ ਯੂਨੀਫਾਰਮ ਹੋਏਗਾ ਤੇ ਫਿਰ ਸਾਰਿਆਂ ਦੀ ਗੱਲ ਸੁਣੀ ਜਾਏਗੀ, ਸਭ ਦੇ ਸੁਜੈਸ਼ਨ ਆਏ ਆ, ਉਹਦੇ ਤੇ ਲੰਬੀ ਚਰਚਾ ਹੋਏਗੀ। ਉਸ ਤੋਂ ਬਾਅਦ ਇਹਨਾਂ ਨੂੰ ਫਿਰ ਆਪਾਂ ਜਿਹੜੀ ਕਿਸੇ ਨੂੰ ਸ਼ੰਕੇ ਆ ਉਹ ਵਿਚਾਰ ਦੇ ਵਿੱਚ ਲੈ ਕੇ ਆਵੇ। ਮੈਂ ਦੁਬਾਰਾ ਫਿਰ, ਕਿਉਂਕਿ ਮੁਸਲਮਾਨਾਂ ਦੀ ਪਹਿਲਾਂ ਗੱਲ ਕੀਤੀ ਸੀ, ਹੁਣ ਸਿੱਖਾਂ ਦੀ ਗੱਲ ਕਰ ਰਹੇ ਹਾਂ ਕਿ ਲਗਾਤਾਰ ਕੇਂਦਰ ਸਰਕਾਰ ਤੇ ਇੱਕ ਹੈ ਦੁਵਿਧਾ ਸਿੱਖਾਂ ਵੱਲੋਂ ਰਹਿੰਦੀ ਹੈ ਜਾਂ ਕੁਝ ਸਿੱਖਾਂ ਵੱਲੋਂ ਰਹਿੰਦੀ ਹੈ ਕਿ ਸਿੱਖਾਂ ਦੇ ਪ੍ਰਤੀ ਇੰਨੀ ਪੋਜ਼ਿਟਿਵ ਨਹੀਂ ਹੈਗੀ ਕੇਂਦਰ ਸਰਕਾਰ। ਹੁਣ ਅੱਜ ਸਥਿਤੀ ਕਿੱਥੇ ਹੈ? ਹਾਲੇ ਵੀ ਆਪਾਂ ਦੇਖ ਰਹੇ ਹਾਂ ਦਲ ਖਾਲਸਾ ਜੋ ਕਿਉਂਕਿ G20 ਚੱਲ ਰਿਹਾ ਤੇ ਦਲ ਖਾਲਸਾ ਵਾਲੇ ਕਹਿ ਰਹੇ ਨੇ ਕਿ ਆਪਾਂ ਉਹਨਾਂ ਨੂੰ ਚਿੱਠੀ ਲਿਖਣੀ ਹੈ ਕਿ ਇੱਥੇ ਸਿੱਖ ਮਿਨੋਰਿਟੀਜ਼ ਜਿਹੜੇ ਨੇ ਉਹ ਸੇਫ ਫੀਲ ਨਹੀਂ ਕਰ ਰਹੇ ਹੈਗੇ। ਦੇਖੋ, ਇਹ ਇੱਕ ਚੁਟਕੀ ਭਰ ਲੋਕ ਹੈ, ਮੁੱਠੀ ਭਰ ਨਹੀਂ, ਚੁਟਕੀ ਭਰ ਲੋਕ ਹੈ ਜਿਹੜਾ ਇਹਦੇ 'ਚ ਆਪਣਾ ਰੋਜ਼ਗਾਰ ਵੀ ਆ, ਉਹਨਾਂ ਦਾ ਰੋਟੀ ਪਾਣੀ ਦਾ ਸਾਧਨ ਵੀ ਹੈ ਤੇ ਉਹਨਾਂ ਦੀ ਰਾਜਨੀਤੀ ਦਾ ਸਾਧਨ ਵੀ ਹੈ। ਤੇ ਉਹ ਜਿਹੜੇ ਆ ਉਹਨਾਂ ਨੂੰ ਇਹ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ, ਆਪਣੇ ਪਿਛੋਕੜ ਵੱਲ ਦੇਖਣਾ ਚਾਹੀਦਾ ਵੀ ਤੁਸੀਂ ਪੈਦਾ ਕਿੱਥੋਂ ਹੋਏ ਤੇ ਤੁਸੀਂ ਦੇਸ਼ ਲਈ ਕੀ ਰੋਲ ਮਾਡਲ ਤੁਹਾਡਾ ਹੈਗਾ, ਪੰਜਾਬ ਲਈ ਵਿਕਾਸ ਦਾ ਕੀ ਮਾਡਲ ਹੈ। ਠੀਕ ਹੈ ਕਿ ਨਹੀਂ? ਜਦ ਤੱਕ ਤੁਹਾਡੇ ਕੋਲ ਨਹੀਂ, ਤੁਹਾਡੇ ਤਾਂ ਆਗੂ ਅੱਜ ਵੀ ਪਾਕਿਸਤਾਨ 'ਚ ਬੈਠੇ ਆ ਔਰ ਪਾਕਿਸਤਾਨ ਦੀ ਆਪਣੀ ਹਾਲਤ ਇਹ ਹੈ ਕਿ ਰੋਟੀ ਤੋਂ ਮਹਤਾਜ ਹੋ ਗਿਆ। ਉੱਥੇ ਤਾਂ ਸਿੱਖਾਂ ਤੇ ਹੋਰ ਜ਼ਿਆਦਾ ਹਮਲੇ ਹੋ ਰਹੇ ਨੇ ਔਰ 6000 ਦੀ ਆਬਾਦੀ ਹੈ, ਸਾਰੇ ਸਿੱਖ ਗੁਰਧਾਮਾਂ ਨੂੰ ਢਾਏ ਜਾ ਰਹੇ ਆ, ਜਿਹੜੇ ਸਿੱਖਾਂ ਦੀਆਂ ਬੱਚੀਆਂ ਨੂੰ ਜ਼ਬਰਦਸਤੀ ਕਨਵਰਟ ਕੀਤਾ ਜਾ ਰਿਹਾ। ਜਦੋਂ ਅਸੀਂ 550 ਸਾਲਾ ਗੁਰਪੁਰਬ ਮਨਾ ਰਹੇ ਸੀ ਗੁਰੂ ਨਾਨਕ ਦੇਵ ਸਾਹਿਬ ਦਾ, ਉਦੋਂ ਨਨਕਾਣਾ ਸਾਹਿਬ ਦੀ ਗ੍ਰੰਥੀ ਦੀ ਬੇਟੀ ਜਿਹੜੀ ਆ ਉਹ ਕਿਡਨੈਪ ਕਰ ਲਿਖ ਕੇ ਉਹਨੂੰ ਇਸਲਾਮ ਧਾਰਨ ਕਰਵਾਤਾ ਗਿਆ ਉੱਥੋਂ ਦੇ ਕੱਟੜਵਾਦੀਆਂ ਵੱਲੋਂ। ਸੋ ਇਹ ਜਿਹੜੀ ਹੈ ਭਾਰਤ ਦੇ ਵਿੱਚ ਸਿੱਖ ਸੇਫ ਨਹੀਂ ਹੈਗੇ, ਭਾਰਤ ਦੇ ਵਿੱਚ ਸਿੱਖ ਪ੍ਰੋਗਰੈਸ ਕਰ ਰਹੇ ਆ। ਜਦੋਂ ਇੱਥੇ ਇੱਕ ਕੋਈ ਸ਼ਰਾਰਤੀ ਆਨਸਰ ਜਿਹੜਾ ਆਪਣਾ ਓਰੀਜਨ ਦੇਖੇ, ਮੈਂ ਹੁਣ ਇਹ ਗੱਲ ਨਹੀਂ ਕਰਾਂਗਾ, ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਕਿਸ ਪ੍ਰੋਫੈਸਰ ਦੇ ਕਹਿਣ ਤੇ ਤੁਸੀਂ ਇਹ ਜਿਹੜੀ ਸੰਗਠਨ ਨੂੰ ਬਣਾਇਆ ਤੇ ਉਸ ਪ੍ਰੋਫੈਸਰ ਦਾ PI ਜਿਹੜਾ ਆ ਉਹ ਤੁਹਾਡਾ ਪਹਿਲੇ 5 ਮੈਂਬਰਾਂ ਦੇ ਵਿੱਚ ਹੈਗਾ ਸੀ। ਤੇ ਇਹ ਜਿਹੜੀ ਆ ਇਹ ਤੁਸੀਂ ਫਿਰ ਲਾਲਪੁਰਾ ਸਾਹਿਬ ਕਮਿਸ਼ਨ, ਮੈਂ ਦੇਖ ਰਿਹਾ ਕਿ ਕਮਿਸ਼ਨ ਤੁਸੀਂ ਬਤੌਰ ਚੇਅਰਮੈਨ ਤਾਂ ਦੱਸ ਰਹੇ ਹੋ, ਜਦੋਂ ਇੱਦਾਂ ਦੀ ਰੈਡੀਕਲਾਈਜੇਸ਼ਨ ਸ਼ੁਰੂ ਹੁੰਦੀ ਹੈ, ਮਿਨੋਰਿਟੀਜ਼ ਜਦੋਂ ਅਨਸੇਫ ਫੀਲ ਕਰਦੀਆਂ, ਤੁਸੀਂ ਕਹਿ ਰਹੇ ਕਿ ਚੁਟਕੀ ਭਰ ਲੋਕ ਨੇ, ਜਦੋਂ ਇੱਦਾਂ ਦੀ ਆਵਾਜ਼ਾਂ ਉਠਾਉਂਦੇ ਨੇ, ਕਮਿਸ਼ਨ ਐਕਸ਼ਨ ਕਿਉਂ ਨਹੀਂ ਲੈਂਦਾ ਉਹਨਾਂ ਤੇ? ਕਿਉਂ ਨਹੀਂ ਕਹਿੰਦਾ ਕਿ ਕਮਿਸ਼ਨ ਸ਼ਾਂਤੀ ਬਣੀ ਰਵੇ, ਨਾ ਇਹੋ ਜਿਹਾ ਮਾਹੌਲ ਹੇਟਰੇਟ ਨਾ ਫੈਲੇ ਜ਼ਿਆਦਾ? ਦੇਖੋ, ਇਸ ਤਰ੍ਹਾਂ ਹੈ, ਜਦੋਂ ਵੀ ਕੋਈ ਐਸੀ ਗੱਲ ਹੁੰਦੀ ਹੈ ਅਸੀਂ ਮੌਕੇ ਤੇ ਜਾਈਦਾ ਜਾਂ ਲੋਕਾਂ ਨਾਲ ਸੰਪਰਕ ਕਰੀਦਾ। ਮਨੀਪੁਰ ਘਟਨਾ ਹੋਈ, ਉਸੇ ਦਿਨ ਤੋਂ ਅਸੀਂ ਲੋਕਾਂ ਦੇ ਸੰਪਰਕ 'ਚ ਹਾਂ, ਪਰਸੋਂ ਤੱਕ ਵੀ ਸੰਪਰਕ 'ਚ ਸੀਗੇ। ਅੱਜ ਮੈਂ 2 ਦਿਨ ਬਾਹਰ ਆ ਗਿਆ। ਨੂਹ ਦੇ ਘਟਨਾ ਦੇ ਮੈਂ 14 ਤਰੀਕ ਨੂੰ ਵੀ ਜਾ ਰਿਹਾ, ਪਹਿਲਾਂ ਵੀ ਹੋ ਕੇ ਆਇਆ। ਸਾਰੇ ਲੋਕਾਂ ਨੂੰ ਅਮਨ ਸ਼ਾਂਤੀ ਬਹਾਲ ਹੋਵੇ, ਜਿਹੜਾ ਸ਼ਰਾਰਤੀ ਅਨਸਰ ਹੈ ਇਹਨੂੰ ਸਜ਼ਾ ਮਿਲੇ। ਸ਼ਰਾਰਤੀ ਕੋਈ ਵੀ ਹੋਵੇ, ਉਹ ਸਮਾਜ ਵਿਰੋਧੀ ਆ, ਦੇਸ਼ ਵਿਰੋਧੀ ਆ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਭਾਰਤ ਦੇ ਜੇ ਆਪਾਂ ਵੇਖੀਏ ਤਾਂ ਪਿਛਲੇ ਸਾਲਾਂ 'ਚ ਬਿਲਕੁਲ ਜਿਹੜਾ ਹੈ ਇਹ ਸੰਪਰਦਾਇਕ ਦੰਗੇ ਘਟੇ ਆ ਔਰ ਸੰਪਰਦਾਇਕ ਜਿਹੜੇ ਦੰਗੇ ਆ ਇਹਨਾਂ ਨੂੰ ਬੇਲੋੜਾ ਤੂਲ ਦਿੱਤਾ ਜਾ ਰਿਹਾ। ਜਿਵੇਂ ਮਨੀਪੁਰ ਦੀ ਗੱਲ ਵੀ ਹੈ, ਮਨੀਪੁਰ ਸੰਪਰਦਾਇਕ ਨਹੀਂ ਹੈਗਾ, 2 ਕਮਿਊਨਿਟੀਜ਼ ਦੇ ਵਿੱਚ ਟ੍ਰਾਈਬਸ ਹੈ 2, ਮਤਈ ਤੇ ਕੁਕੀ। ਜਿਹੜੇ ਕੁਕੀ ਹੈ ਉਹਨਾਂ ਦੀ ਅਗਲੀ ਵੀ ਹੋਰ ਸਮੱਸਿਆ ਹੈਗੀ ਹੈ ਜਿਹੜੀ ਅਸੀਂ ਇੱਥੇ ਚਰਚਾ ਨਹੀਂ ਕਰ ਸਕਦੇ। ਦੇ ਵਾਂਟ ਕੁਕੀ ਲੈਂਡ, ਯੈਸ, ਹਾਂਜੀ। ਉਹ ਤਾਂ ਵਰਮਾ 'ਚ ਵੀ ਬੈਠੇ ਆ, ਬੰਗਲਾਦੇਸ਼ ਵੀ ਬੈਠੇ ਆ। ਉਹਦੇ ਭਾਰਤ ਨੂੰ ਤੋੜਨ ਵਾਲੀ ਗੱਲ ਜਿਹੜੇ ਲੋਕ ਕਰਦੇ ਆ, ਔਰ ਉਹਨਾਂ ਨੇ ਮਤਈ ਜਿਹੜੇ ਆ ਇਹ ਇੱਕ ਧਰਮ ਨਹੀਂ ਹੈਗਾ, ਇੱਕ ਟ੍ਰਾਈਬ ਹੈ। ਉਹਨਾਂ ਦੇ ਵਿੱਚ ਕ੍ਰਿਸਚੀਅਨ ਹੈਗੇ, ਉਹਨਾਂ ਦੇ ਵੀ ਚਰਚ ਤੋੜ ਦਿੱਤੇ। ਹਾਂਜੀ, ਇਹ ਦੇਖੋ ਇਹਨਾਂ ਨੂੰ ਜਿਹੜੀ ਵਾਇਲੈਂਸ ਹੋਈ ਹੈ ਇਸ ਕਰਕੇ ਕਿ ਰਿਜ਼ਰਵੇਸ਼ਨ
ਦਾ ਲਾਭ ਮਤਈਸ ਨੂੰ ਦਿੱਤਾ ਗਿਆ। ਮੈਂ ਵੀ ਕਹਿ ਰਿਹਾ ਕਿ ਜਿਹੜਾ ਮਿਨੋਰਿਟੀਜ਼ ਕਮਿਸ਼ਨ ਹੈਗਾ, ਕਮਿਸ਼ਨ ਫॉर ਮਿਨੋਰਿਟੀਜ਼ ਹੈਗਾ, ਇਹਨੂੰ ਹੋਰ ਪਾਵਰਫੁਲ ਕਰ ਦੇਣਾ ਚਾਹੀਦਾ ਕਿ ਤੁਸੀਂ ਬਤੌਰ ਚੇਅਰਮੈਨ, ਜੇ ਕੋਈ ਇੱਥੋਂ ਪੰਜਾਬ ਤੋਂ ਕੋਈ ਗੱਲ ਕਰਦਾ, ਚਾਹੇ ਉਹ ਖਾਲਿਸਤਾਨ ਦੀ ਗੱਲ ਕਰਦਾ, ਚਾਹੇ ਕੋਈ ਵੀ ਗੱਲ ਕਰਦਾ ਇਹੋ ਜੀ ਜਿਹਦੇ ਨਾਲ ਦੇਸ਼ ਦਾ ਮਾਹੌਲ ਵਿਗੜਦਾ, ਜਿਨ੍ਹਾਂ ਨੂੰ ਤੁਸੀਂ ਸ਼ਰਾਰਤੀ ਅਨਸਰ ਕਹਿ ਰਹੇ ਹੋ, ਤੁਸੀਂ ਸਮਨ ਕੱਢੋ, ਬੁਲਾਓ ਤੇ ਉਹਨਾਂ ਨੂੰ ਅੱਗੇ ਉਹਨਾਂ ਤੇ ਕਾਰਵਾਈ ਕਰਵਾਓ। ਨਹੀਂ, ਅਸੀਂ ਤਾਂ ਜਿਹੜੀ ਅਸੀਂ ਹੈ, ਸਾਡਾ ਕੰਮ ਹੈ ਸਰਕਾਰ ਨੂੰ ਐਡਵਾਈਸ ਕਰਨਾ। ਔਰ ਮੈਂ ਮੋਦੀ ਜੀ ਦਾ ਧੰਨਵਾਦ ਕਰਦਾ ਕਿ 1984 ਦੇ ਦੰਗਿਆਂ ਦੀ ਗੱਲ ਮੈਂ ਲੈ ਕੇ ਤੁਰਿਆ ਹੋਇਆ। ਉਹਨਾਂ ਦੀ ਜਿਹੜੀ ਹੈ ਥਾਪੜੇ ਨਾਲ ਹੀ ਆਨੰਦ ਮੈਰਿਜ ਐਕਟ ਲਾਗੂ ਹੋ ਰਿਹਾ ਸਾਰੀਆਂ ਸਟੇਟਾਂ 'ਚ, ਅਸਾਮ ਵਰਗੀ ਸਟੇਟ 'ਚ ਲਾਗੂ ਹੋ ਰਿਹਾ, ਉੱਤਰਾਖੰਡ 'ਚ ਲਾਗੂ ਹੋ ਰਿਹਾ। ਦੇਖੋ ਕਿੱਡੀ ਵੱਡੀ ਉਹਨਾਂ ਦੀ ਸੋਚ ਹੈਗੀ ਹੈ। ਔਰ ਗੁਰਦੁਆਰਾ ਉੱਥੇ ਮੈਂ ਇੱਕ ਲੰਬੀ ਸੂਚੀ ਦੇ ਸਕਦਾ। ਮੈਂ ਇੱਕ ਕਿਤਾਬ ਲਿਖ ਰਿਹਾ ਸੀ, ਸੇਵਕ ਕੋ ਸੇਵਾ ਬਣਾਈ, ਮੋਦੀ ਵਰਸਸ ਆਲ ਦਾ ਪ੍ਰਾਈਮ ਮਿਨਿਸਟਰ। ਹਾਂਜੀ, 1947 ਤੋਂ ਲੈ ਕੇ ਕੇਵਲ ਇੱਕ ਲੰਬੀ ਦਾਸਤਾਨ ਵਾਅਦਾ ਖਿਲਾਫੀ। ਇਹ ਮੈਂ ਪੁੱਛਣਾ ਚਾਹਾਂਗਾ ਕਿ ਇਹ ਜਿਹੜੀ ਕਿਤਾਬ ਤੁਸੀਂ ਆਪਣੇ ਦਿਲ ਤੋਂ ਲਿਖ ਰਹੇ ਹੋ ਜਾਂ ਮੋਦੀ ਸਾਹਿਬ ਵੀ ਤੁਹਾਨੂੰ ਕਹਿੰਦੇ ਨੇ? ਕਿਉਂਕਿ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਉਣ ਦੀ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ। ਕਿ ਜੇ ਉਹਨਾਂ ਨੂੰ ਲੱਗਦਾ ਹੈ, ਹੁਣ ਆਪਾਂ ਜਰਮਨ ਦੀ ਵਿਜ਼ਿਟ ਦੇਖੀਏ, ਮੈਂ ਉੱਥੇ ਸੁਣ ਰਿਹਾ ਸੀ ਉਹਨਾਂ ਦੀ ਸਪੀਚ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੀ ਗੱਲ ਉੱਥੇ ਕੀਤੀ, ਫਿਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਬੋਲਦੇ ਨੇ ਤਾਂ ਫਿਰ ਜਕਾਰੇ ਉੱਥੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਤਾਂ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਮੋਦੀ ਹਜੇ ਵੀ ਸਿੱਖਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਚਾਹੁੰਦੇ ਨੇ। ਉਹ ਜਗ੍ਹਾ ਤੁਸੀਂ ਬਤੌਰ ਚੇਅਰਮੈਨ, ਬਤੌਰ ਸਿੱਖ, ਕਿਉਂਕਿ ਤੁਸੀਂ ਸਰਕਾਰ ਦੇ ਵਿੱਚ ਵੀ ਔਰ ਤੁਸੀਂ ਪੰਜਾਬ ਦੇ ਲੋਕਾਂ ਨਾਲ ਵੀ ਡੀਲ ਕਰ ਰਹੇ ਹੋ, ਸਿੱਖਾਂ ਨਾਲ ਵੀ ਡੀਲ ਕਰ ਰਹੇ ਹੋ, ਉਹ ਗੈਪ ਕਿੰਨਾ ਕੁ ਘਟਿਆ? ਦੇਖੋ ਗੱਲ ਇਹ ਹੈ, ਸਿੱਖਾਂ 'ਚ ਕੋਈ ਗੈਪ ਨਹੀਂ ਹੈਗਾ। ਹਰ ਬੰਦਾ ਵਿਕਾਸ ਚਾਹੁੰਦਾ, ਹਰ ਬੰਦਾ ਇੱਜ਼ਤ ਨਾਲ ਜੀਣਾ ਚਾਹੁੰਦਾ। ਅਸੀਂ ਆਪਣੇ ਧਰਮ ਦੀ ਰਾਖੀ ਕਰਨ ਵਾਸਤੇ, ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਹਰ ਬੰਦਾ ਹਮੇਸ਼ਾ ਕੋਸ਼ਿਸ਼ ਕਰਦਾ। ਲੇਕਿਨ ਜਿਸ ਧਰਮ ਨੂੰ ਸਿੱਖ ਮੰਨਦੇ ਆ ਜਾਂ ਮੈਂ ਮੰਨਦਾ, ਉਹ ਹੈ ਸਾਚ ਕਹੋ ਸੁਣ ਲੈ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਮਾਰਗ ਹੈ। ਅਸੀਂ ਪ੍ਰੇਮ ਮਾਰਗ ਨੂੰ ਲੈ ਕੇ ਸ਼ਾਨ ਨਾਲ ਜੀਣਾ ਜਾਣਦੇ ਹਾਂ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਰ ਸਾਡੀ ਬਦਕਿਸਮਤੀ ਇਹ ਹੈ, ਸਾਨੂੰ ਗੁੰਮਰਾਹ ਕੀਤਾ ਗਿਆ। ਅਸੀਂ ਗੁਰਬਾਣੀ ਦਾ ਸਿਧਾਂਤ ਵਿਚਾਰ ਛੱਡ ਦਿੱਤਾ, ਕਿਸ ਸੁਣੀਏ ਕਿਸ ਕਹੀਏ ਛੱਡ ਦਿੱਤਾ। ਤੇ ਅਸੀਂ ਹੁਣ ਜੋ ਕਿਸੇ ਨੇ ਕਹਿ ਦਿੱਤਾ, ਉਹ ਕਿਉਂ ਕਹਿ ਰਿਹਾ ਇਹ ਸਾਨੂੰ ਨਹੀਂ ਪਤਾ। ਦੇਖੋ, ਜਦੋਂ 1984 ਦੇ ਦੰਗਿਆਂ ਲਈ ਕੌਣ ਜ਼ਿੰਮੇਵਾਰ ਹੈ? ਜਿਹੜਾ ਉਹਨਾਂ ਨੂੰ ਅੱਜ ਅਸੀਂ ਮੋਦੀ ਜੀ ਨੇ ਕਿਸੇ ਦੇ ਕਹਿਣ 'ਤੇ ਨਹੀਂ ਕੀਤਾ। ਪਹਿਲਾਂ ਤਾਂ ਆਪਾਂ ਨੂੰ ਇਹ ਵੀ ਸਪਸ਼ਟ ਹੋ ਜਾਣਾ ਚਾਹੀਦਾ ਕਿ ਸਾਡੀ ਜਿਹੜੀ ਗਿਣਤੀ ਹੈ 2% ਤੋਂ ਘੱਟ ਹੈ। ਔਰ 2% ਦੇ ਲੋਕਾਂ ਲਈ ਇੰਨਾ ਕੁਝ ਪ੍ਰਧਾਨ ਮੰਤਰੀ ਜੀ ਕਰਨ। ਤੇ ਮੈਂ ਇੱਕ ਛੋਟਾ ਜਿਹਾ ਇੱਕ 6 ਮੰਜ਼ਿਲਾ ਗੁਰਦੁਆਰਾ ਜੰਮੂ 'ਚ, ਉਹਨੂੰ 1984 'ਚ ਢਹਿ ਗਿਆ ਸੀ। ਜ਼ੋਰ ਲਾ ਲਿਆ, ਨਹੀਂ ਬਣਿਆ, ਸਭ ਅਦਾਲਤਾਂ ਚਲੇ ਗਏ। ਇੱਕ ਬੇਨਤੀ ਪੱਤਰ ਭੇਜਿਆ ਤੇ ਉਸ ਵੇਲੇ ਹੁਕਮ ਹੋ ਗਿਆ ਤੇ ਮੈਂ ਇਹਨੂੰ ਤਿਆਰ ਕੀਤਾ ਜਾਵੇ। ਮੈਨੂੰ ਪੁੱਛਣ ਲੱਗੇ ਵੀ ਇਸਕੇ ਲਈ ਪੈਸਾ ਕਹਾਂ ਸੇ ਆਏਗਾ। ਲੋਕ ਮੈਨੂੰ ਪੁੱਛਣ ਲੱਗੇ ਜੰਮੂ ਕਸ਼ਮੀਰ ਦੇ। ਮੈਂ ਕਿਹਾ ਜਿਹਨੇ ਬਣਾਉਣ ਦਾ ਹੁਕਮ ਦਿੱਤਾ ਪੈਸਾ ਵੀ ਉਹ ਦੇਗਾ, ਤੁਸੀਂ ਕਿਉਂ? ਸਾਡੇ ਕੋਲ ਜਿਹੜਾ ਯੂਨੈਸਕੋ ਵੱਲੋਂ ਜਿਹੜਾ ਹੈਗਾ ਗੁਰਦੁਆਰਾ ਕੋਟ ਲਖਪਤ ਹੈ, ਮੈਂ ਆਪਣੇ ਹੱਥੀਂ 10 ਕਰੋੜ ਦੇ ਕੇ ਆਇਆ ਮੋਦੀ ਜੀ ਵੱਲੋਂ। ਬੰਗਲੌਰ 'ਚ ਗੁਰਦੁਆਰਾ ਸਾਹਿਬ ਬਣਿਆ, ਉਹਦੇ ਲਈ 25 ਕਰੋੜ ਰੁਪਇਆ ਦਿੱਤਾ। ਤਾਂ ਇਹ ਜਿਹੜੀ ਹੈ, ਇਹ ਧਰਮ ਵਿਕਾਸ 'ਚ ਅੱਗੇ ਆਵੇ, ਹੋਰ ਲੋਕਾਂ ਨੂੰ ਮਿਲੇ। ਇਹ ਲੋਕ ਜਿਹੜੇ ਪੰਜਾਬ ਦੇ ਦੁਸ਼ਮਣ ਹੈ, ਜਿਹੜੇ ਪੰਜਾਬ ਦੇ ਵਿਰੋਧੀ ਆ, ਉਹ ਮੈਂ ਸਮਝਦਾ ਉਹ ਤਾਂ ਗੁਰਮਤ ਨੂੰ ਮੰਨਣ ਵਾਲੇ ਵੀ ਨਹੀਂ। ਸਿੱਖ ਭੇਸ਼-ਭੂਸ਼ ਹੈ ਜ਼ਰੂਰ ਨਜ਼ਰ ਆਉਣਗੇ, ਲੇਕਿਨ ਉਹ ਜਿਹੜੇ ਆ ਇੱਕ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਇਸ ਸਵਾਲ 'ਤੇ ਮੈਂ ਥੋੜਾ ਹੋਰ ਵਿਸਤਾਰ 'ਚ ਜਾਊਂਗਾ, ਕਿਉਂਕਿ ਮੈਂ ਗੱਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਕਿਉਂਕਿ ਲਗਾਤਾਰ ਹਜੇ ਵੀ ਉਹ ਇਹੀ ਕਰ ਰਹੇ ਨੇ ਕਿ ਮੇਰੀ ਸਿੱਖਾਂ ਦੇ ਅੰਦਰ ਇੱਕ ਜਗ੍ਹਾ ਬਣੀ ਹੋਣੀ ਚਾਹੀਦੀ ਹੈ। ਧਾਰਨਾ ਜ਼ਰੂਰ ਹੈ, ਜਿਹੜੇ 3 ਖੇਤੀ ਕਾਨੂੰਨਾਂ ਦਾ ਜੋ ਪ੍ਰੋਟੈਸਟ ਹੋਇਆ ਉਸ ਤੋਂ ਬਾਅਦ ਕੀ ਦੂਰੀ ਹੈਗੀ ਹੈ। ਤੁਹਾਡੇ ਨਾਲ ਜਦੋਂ ਬੈਠਦੇ ਹੋਣਗੇ, ਮੀਟਿੰਗ ਕਰਦੇ ਹੋਣਗੇ, ਤੇ ਸਿੱਖਾਂ ਦੇ ਪ੍ਰਤੀ ਫਿਰ ਪ੍ਰਧਾਨ ਮੰਤਰੀ ਮੋਦੀ ਕੀ ਵਿਚਾਰ ਰੱਖਦੇ ਨੇ, ਉਹ ਤੁਸੀਂ ਸਾਂਝੇ ਕਰ ਸਕਦੇ ਹੋ ਸਾਡੇ ਨਾਲ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਮੋਦੀ ਸਾਹਿਬ ਦੀ ਵੈਸੇ ਤਾਂ ਅੰਦਰ ਦੀਆਂ ਗੱਲਾਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਇੱਕ ਅੱਧੀ ਕੋਈ ਜਿਹੜੀ ਦੱਸ ਗੱਲ ਹੈ, ਉਹ ਇੱਕੋ ਗੱਲ ਹੈ, अरे भाई मैं सिख कौम को प्यार करता हूँ, आप मुझे काम बताइए मैं कर दूँगा। ਜਦੋਂ ਅਸੀਂ ਉਹਨਾਂ ਕੋਲ ਗਏ ਆ, ਅੱਜ ਤੱਕ ਕਦੇ ਨਹੀਂ ਆਇਆ ਕਿ ਉਹਨਾਂ ਤੋਂ ਨਾ ਮਿਲੀ ਹੋਵੇ। ਔਰ ਜੋ ਅਸੀਂ ਕਹਿੰਦੇ ਆ ਉਹ ਤੋਂ 2 ਸਟੈਪ ਉਹ ਅੱਗੇ ਚੱਲਦੇ ਆ, 2 ਕਦਮ ਅੱਗੇ ਵਧਦੇ ਆ, ਪਿਆਰ ਦਿੰਦੇ ਆ, ਸਤਿਕਾਰ ਦਿੰਦੇ ਆ, ਇੱਜ਼ਤ ਦਿੰਦੇ ਆ, ਔਰ ਚਾਹੁੰਦੇ ਆ ਕਿ ਇਹ ਜਿਹੜੀ ਖੜਗ ਪੁਜਾ ਆ ਇਹ ਮਜ਼ਬੂਤ ਹੋਵੇ। ਇਹਨਾਂ ਨੂੰ ਗੁੰਮਰਾਹ ਕੀਤਾ ਗਿਆ, ਇਹਨਾਂ ਨੂੰ ਪ੍ਰੇਮ ਦੇ ਮਾਰਗ ਤੇ ਲਿਆਈਏ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਮਾਰਗ ਹੀ, ਗੁਰੂ ਨਾਨਕ ਸਾਹਿਬ ਦਾ ਮਾਰਗ ਹੀ ਦੇਸ਼ ਦਾ ਵਿਕਾਸ ਮਾਡਲ ਬਣ ਸਕਦਾ ਹੈ। ਲਾਲਪੁਰਾ ਸਾਹਿਬ, ਇੱਕ ਹੋਰ ਪੰਜਾਬ ਦੇ ਮਸਲਿਆਂ 'ਤੇ ਜੇ ਆਪਾਂ ਗੱਲ ਕਰੀਏ ਤੇ ਕਨਵਰਜਨ ਨੂੰ ਲੈ ਕੇ ਮੁੱਦਾ ਹਜੇ ਤੱਕ ਭਖਿਆ ਹੋਇਆ। ਪਿਛਲੇ ਦਿਨੀ ਆਪਾਂ
ਦੇਖ ਰਹੇ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਸੀਗੇ ਦਰਬਾਰ ਸਾਹਿਬ ਦੇ ਕੋਲ, ਉਹ ਕੁਝ ਇਹੋ ਜਿਹੇ ਮੰਤਰ ਪੜ੍ਹ ਰਹੇ ਸੀਗੇ ਜਿਹਨੂੰ ਕ੍ਰਿਸਚੈਨਿਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਤਾਂ ਇਹੋ ਜਿਹੇ ਜਦੋਂ ਮੁੱਦੇ ਪੰਜਾਬ ਦੇ ਵਿੱਚ ਉੱਠ ਰਹੇ ਨੇ ਤਾਂ ਫਿਰ ਕਮਿਸ਼ਨ ਵੱਲੋਂ ਸਿਊਮੋਟੋ ਲੈ ਕੇ ਕਿਉਂ ਨਹੀਂ ਸਥਿਤੀ ਨੂੰ ਠੀਕ ਕਰ ਦਿੱਤਾ ਜਾਂਦਾ? ਕਿਉਂਕਿ ਇਹ ਵਿਵਾਦ ਬਣਿਆ ਹੋਇਆ ਕਿ ਕਨਵਰਜਨ ਹੋ ਰਹੀ ਹੈ, ਜਬਰਨ ਧਰਮ ਬਦਲਿਆ ਜਾ ਰਿਹਾ। ਔਰ ਦਰਬਾਰ ਸਾਹਿਬ ਦੇ ਕੋਲ ਜਦੋਂ ਇੱਕ ਸਿੱਖ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਤਰ੍ਹਾਂ ਕੀਤਾ ਜਾਵੇ ਤਾਂ ਓਬਵੀਅਸ ਜੀ ਗੱਲ ਹੈ ਕਿ ਵਿਵਾਦ ਤਾਂ ਬਣੂਗਾ ਹੀ। ਪਹਿਲੀ ਗੱਲ ਤਾਂ ਬਹੁ ਭੇਖ ਕੀਆ ਦੇਹੀ ਦੁਖ ਦੀਆ ਅਲਮਲ ਖਾਈ ਸਿਰਛਾਈ ਭਾਈ ਮੂਰਖੰ ਦੇ ਪੱਤ ਗਵਾਈ, ਉਹਨੂੰ ਸਿੱਖ ਹੀ ਨਹੀਂ ਕਹਿ ਸਕਦੇ। ਜਿਹੜਾ ਸਿੱਖੀ ਦੀ ਗੱਲ ਹੀ ਨਹੀਂ ਕਰ ਰਿਹਾ ਉਹ ਸਿੱਖ ਕਿੱਥੋਂ ਹੈ? ਉਹ ਤਾਂ ਭੇਖੀ ਹੈ। ਹਾਂਜੀ, ਉਹ ਭੇਖੀ ਜਿਹੜਾ ਇਹੋ ਜਿਹੇ ਕੰਮ ਕਰ ਰਿਹਾ, ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਨੋਟਿਸ ਦਿੱਤਾ ਕਿ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤੁਸੀਂ ਦਿੱਤਾ ਨੋਟਿਸ? ਨੋਟਿਸ ਦਿੱਤਾ ਚੀਫ ਸੈਕਟਰੀ ਪੰਜਾਬ ਨੂੰ, ਔਰ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਸਾਡਾ ਪਿਆਰ ਦਾ ਧਰਮ ਹੈ ਭਾਈ, ਆਪਣੇ ਧਰਮ ਦੀ ਪ੍ਰੋੜਤਾ ਅਸੀਂ ਕਰਨੀ ਹੈ, ਅਸੀਂ ਇਹਨੂੰ ਲੜਾਈ ਦਾ ਧਰਮ ਨਾ ਬਣਾਈਏ। 239 ਸਾਲ ਗੁਰੂ ਪਾਤਸ਼ਾਹ ਨੇ 1469 ਤੋਂ 1708 ਤੱਕ ਕੇਵਲ ਧਰਮ ਨੂੰ ਆਪਣੇ ਜੀਵਨ 'ਚ ਜੀ ਕੇ ਦੱਸਿਆ। ਇਹ ਪਾਰਸ ਤੋਂ ਪਾਰਸ ਬਣਨ ਵਾਲੇ ਆ। ਹੁਣ ਅਸੀਂ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਪਾਰਸ ਹੈ ਵੀ, ਸਾਡੇ 'ਚ ਕਿਹੜੀ ਕਮੀ ਆ ਗਈ। ਕਿਤੇ ਗੁਰਬਾਣੀ ਦਾ ਪ੍ਰਸਾਰ ਉਹਨਾਂ ਤੱਕ ਜਿਹੜੇ ਲੋਕ ਕਨਵਰਜਨ ਵੱਲ ਧਿਆਨ ਦੇ ਰਹੇ ਨੇ ਕਿ ਉਹਨਾਂ ਜਿੱਧਰ ਜਾ ਰਹੇ ਨੇ ਉਹਨਾਂ ਦਾ ਜ਼ਿਆਦਾ ਉਹਨਾਂ ਲੋਕਾਂ ਤੇ ਪ੍ਰਭਾਵ ਪੈ ਰਿਹਾ ਹੈ, ਤਾਂ ਗੁਰਬਾਣੀ ਦਾ ਪ੍ਰਸਾਰ ਹੋਰ ਥੋੜਾ ਸਟਰੋਂਗ ਹੋਣਾ ਚਾਹੀਦਾ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ। ਦੇਖੋ ਮੈਂ ਤਾਂ ਇੱਕ ਗੱਲ ਕਹਿਣਾ, ਗੁਰਬਾਣੀ ਦਾ ਪ੍ਰਸਾਰ ਨਹੀਂ ਸਟਰੋਂਗ ਹੋਣਾ ਚਾਹੀਦਾ। ਗੁਰਬਾਣੀ ਵਾਲਿਆਂ ਲੋਕਾਂ ਦਾ ਜੀਵਨ ਚੰਗਾ ਹੋਣਾ ਚਾਹੀਦਾ। ਜਿਹੜਾ ਅਸੀਂ ਇੱਥੇ ਇਹੋ ਜਿਹੇ ਮੰਤਰੀ ਵੀ ਵੇਖੇ ਆ, ਭਾਵੇਂ ਉਹ ਕਿਸੇ ਵੇਲੇ ਅਕਾਲੀ ਦਲ ਸੀ ਫਿਰ ਕਾਂਗਰਸ ਚਲੇ ਗਏ, ਜਿਨ੍ਹਾਂ ਨੂੰ ਜਦੋਂ ਕਿਹਾ ਗਿਆ ਜੀ ਮੰਤਰੀ ਜੀ ਟਰਮ ਪੂਰੀ ਹੋ ਗਈ, ਉਹ ਕਹਿੰਦੇ ਭਾਈ ਆਪਾਂ ਕੀ ਲੈਣਾ, ਸ਼ਹਿਰਾ ਚੱਕ ਚਲੀਏ। ਹਾਂਜੀ, ਅੱਜ ਜਿਹੜੇ ਸਾਡੇ ਸਿੱਖ ਆਗੂ ਹੈ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ, ਇਹਨਾਂ ਦੀ ਆਪਣੀ ਛਵੀ ਕੀ ਹੈਗੀ ਆ। ਜਦੋਂ ਇਹ ਪਾਰਸ ਬਣ ਗਏ ਫਿਰ ਇਹ ਸਮੱਸਿਆ ਨਹੀਂ ਰਹਿਣੀ। ਦੂਜੀ ਗੱਲ ਹੈ ਕਿ ਅੱਜ ਵੀ ਅਸੀਂ ਜਿਹੜੀ ਹੈ, ਮੈਂ ਹਿਊਮਨ ਰਾਈਟਸ ਕਮਿਸ਼ਨ ਦਾ ਵੀ ਮੈਂਬਰ ਹੈਗਾ, ਮੈਨੂੰ ਦੇਖ ਰਿਹਾ ਸੀ ਕੱਲ੍ਹ ਇੱਕ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਫੇਕ ਐਨਕਾਊਂਟਰ ਦੇ ਵਿੱਚ। ਕੀ ਪੀੜਤ ਜਿਹੜਾ ਉਹ ਮੁਆਵਜ਼ੇ ਦਾ ਹੱਕਦਾਰ ਨਹੀਂ? ਮੈਂ ਹੁਣ ਜਾ ਕੇ ਜਿਹੜੇ ਬੱਚੇ ਮਾਰੇ ਗਏ, ਆਈ ਵਿਲ ਟੇਕ ਅਪ ਦ ਇਸ਼ੂ। ਮੈਂ ਉਹਨੂੰ ਜਾ ਕੇ ਉਹਨਾਂ ਦੇ ਬੱਚਿਆਂ ਨੂੰ, ਦੇ ਪੇਰੈਂਟਸ ਨੂੰ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਵੇ। ਇਫ ਇਟ ਇਜ਼ ਪ੍ਰੂਵਡ ਕਿ ਇਹ ਫੇਕ ਐਨਕਾਊਂਟਰ ਸੀ, ਹਾਂਜੀ, ਤੇ ਫਿਰ ਉਹਨਾਂ ਨੂੰ ਕਿਉਂ ਨਾ ਦਿੱਤਾ ਜਾਵੇ। ਦੇ ਸ਼ੁੱਡ ਬੀ ਟ੍ਰੀਟਡ ਐਜ਼ ਏ ਇੰਡੀਅਨ ਨੈਸ਼ਨਲ, ਔਰ ਉਹਨਾਂ ਦੇ ਜਿਹੜੇ ਅਪਰਾਧੀ ਹੈ ਉਹ ਜੇਲ੍ਹਾਂ ਦੇ ਅੰਦਰ ਜਾਣ, ਜਿਹੜੇ ਭਲੇ ਲੋਕ ਹੈ ਉਹਨਾਂ ਨੂੰ ਮਾਣ ਸਤਿਕਾਰ ਮਿਲੇ। ਔਰ ਜਿਹੜਾ ਜਦੋਂ ਇਨਸਾਫ ਹੋਏਗਾ, ਗੁਰਬਾਣੀ ਕਹਿੰਦੀ ਹੈ ਕਿ ਰਾਜਾ ਚੂੜੀ ਨਿਆਉ ਕੀ, ਇਨਸਾਫ ਦਿਓ। ਇਨਸਾਫ ਨੂੰ ਤਾਂ ਪਿਛਲੇ ਅਸੀਂ 40 ਸਾਲ ਤੋਂ ਲਾਮੂ ਲਾਇਆ ਹੋਇਆ। ਇੱਕ ਹੋਰ ਇਸ਼ੂ ਬੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਜਗਰਾਤਿਆਂ ਨੂੰ ਲੈ ਕੇ। ਕਨਈਆ ਮਿੱਤਲ ਜਾਗਰਣ ਕਰਦੇ ਨੇ, ਚੌਂਕੀਆਂ ਕਰਦੇ ਨੇ, ਉਧਰ ਦੂਜੇ ਪਾਸੇ ਗਾਇਕ ਨੇ ਮਾਸਟਰ ਸਲੀਮ। ਇਹਨਾਂ ਦੇ ਵਿੱਚ ਵਿਵਾਦ ਬੜਾ ਚੱਲ ਰਿਹਾ ਹੈ। ਕਨਈਆ ਮਿੱਤਲ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ ਜਾਗਰਣ ਹੋ ਰਹੇ ਨੇ, ਮਾਤਾ ਦੇ ਜਾਗਰਣ ਦੇ ਵਿੱਚ ਮੁਸਲਮਾਨਾਂ ਤੋਂ ਕਿਉਂ ਗਵਾਇਆ ਜਾ ਰਿਹਾ। ਇੱਦਾਂ ਦਾ ਵਿਵਾਦ ਬਣ ਗਿਆ। ਇਹ ਵਿਵਾਦ ਹੁਣ ਲਗਾਤਾਰ ਵੱਧਦਾ ਜਾ ਰਿਹਾ। ਕਮਿਸ਼ਨ ਨੂੰ ਕਿਵੇਂ ਦੇਖ ਰਿਹਾ? ਦੇਖੋ ਗੱਲ ਇਹ ਆ, ਇਹ ਵਿਵਾਦ ਦਾ ਵਿਸ਼ਾ ਨਹੀਂ ਚਾਹੀਦਾ। ਇੱਕ ਕਲਾਕਾਰ ਹੈ, ਉਹ ਆਪਣੀ ਕਲਾ ਦੇ ਰਾਹੀਂ ਉਸ ਦੀ ਗੱਲ ਕਰ ਰਿਹਾ। ਵਿਵਾਦ ਤਾਂ ਹੋਣਾ ਚਾਹੀਦਾ ਹੈ ਜੇ ਇੱਕ ਗਾਇਕ ਆਪਣੀ ਗਾਇਕੀ ਦੇ ਵਿੱਚ ਕਿਸੇ ਧਰਮ ਦਾ ਅਪਮਾਨ ਕਰੇ, ਵਡਿਆਈ ਕਰ ਰਿਹਾ, ਠੀਕ ਹੈ ਕਿ ਨਹੀਂ? ਅਸੀਂ ਗੁਰਬਾਣੀ ਦੇ ਵਿੱਚ ਛੱਡ ਸਿੰਘਾਸਣ ਹਰਜੀ ਆਏ ਸੁਦਾਮਾ ਜੀ ਨੂੰ ਮਿਲਣ ਲਈ, ਅਸੀਂ ਉਹਦਾ ਕੀਰਤਨ ਕਰਦੇ ਹਾਂ, ਉਪਮਾ ਕਰਦੇ ਹਾਂ, ਨਿੰਦਾ ਨਹੀਂ ਕਰਦੇ। ਸੋ ਇਸੇ ਤਰ੍ਹਾਂ ਸਾਰਿਆਂ ਨੂੰ, ਕਲਾਕਾਰ ਦੀ ਜਾਤ ਨਹੀਂ ਹੁੰਦੀ, ਕਲਾਕਾਰ ਦਾ ਧਰਮ ਨਹੀਂ ਹੁੰਦਾ, ਉਹ ਕਲਾ ਕੇਵਲ ਕਲਾਕਾਰ ਹੈ। ਜੇ ਕਨਈਆ ਮਿੱਤਲ ਵਰਗੇ ਕਲਾਕਾਰ ਜੇ ਸਟੇਜ ਤੋਂ ਇਦਾਂ ਦੀ ਗੱਲ ਕਰ ਰਹੇ ਤਾਂ ਤੁਹਾਡੇ ਮੁਤਾਬਕ ਨਹੀਂ ਹੋਣੀ ਚਾਹੀਦੀ? ਦੇਖੋ ਗੱਲ ਇਹ ਹੈ, ਇਹ ਹਿੰਦੂ ਵੀਰਾਂ ਨੂੰ ਇੱਕ ਵਿਚਾਰਨ ਦੀ ਲੋੜ ਹੈ, ਉਹਨਾਂ ਨੂੰ ਇੱਕ ਸੁਨੇਹਾ ਦੇਣ ਦੀ ਲੋੜ ਹੈ ਕਿ ਅਸੀਂ ਇਹੋ ਜਿਹੀ ਕਿਸੇ ਦੇ ਵੀ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਜਿਹਦੇ ਨਾਲ ਆਪਸੀ ਵਿਵਾਦ ਹੋਵੇ। ਅਸੀਂ ਦਲੀਪ ਕੁਮਾਰ ਨੂੰ ਵੀ ਇੱਥੇ ਵੇਖਿਆ, ਅਸੀਂ ਧਰਮਿੰਦਰ ਨੂੰ ਵੀ ਦੇਖਿਆ, ਅਸੀਂ ਸਾਰੇ ਕਲਾਕਾਰ, ਅਸੀਂ ਰਿਸ਼ੀ ਜਿਹੜੇ ਪ੍ਰਿਥਵੀ ਰਾਜ ਕਪੂਰ ਨੂੰ ਵੀ ਦੇਖਿਆ। ਸਾਰੇ ਤੇ ਹੁਣ ਪ੍ਰਿਥਵੀ ਰਾਜ ਕਪੂਰ ਜੀ ਨੇ ਅਕਬਰ ਦਾ ਰੋਲ ਕੀਤਾ, ਉਹ ਹਾਲੇ ਤੱਕ ਮੁਗਲੇ ਆਜ਼ਮ ਦਾ ਵੇਖਣ ਵਾਲਾ ਰੋਲ ਹੈ। ਸੋ ਉਹ ਐਜ਼ ਕਲਾਕਾਰ ਹੈਗਾ। ਸੋ ਕਲਾਕਾਰ ਦੀ ਜਾਤ ਨਹੀਂ ਹੁੰਦੀ, ਉਹਦਾ ਧਰਮ ਨਹੀਂ ਹੁੰਦਾ। ਇਹਨਾਂ ਚੀਜ਼ਾਂ ਤੇ ਵਿਵਾਦ ਨਹੀਂ ਕਰਨਾ ਚਾਹੀਦਾ। ਸਾਰਿਆਂ ਨੂੰ ਮਿਲ ਕੇ, ਆਪਣੇ ਬਜ਼ੁਰਗ ਨੇ, ਆਪਣੇ ਗੁਰੂ ਨੇ, ਆਪਣੇ ਪੀਰ ਹੈਗੇ ਆ, ਆਪਣੇ ਦੇਵਤਾ ਹੈਗੇ ਆ, ਉਹਨਾਂ ਦੀ ਮਹਿਮਾ ਕਰਨੀ ਚਾਹੀਦੀ। ਕਮਿਸ਼ਨ ਪਰ ਇਹਦੇ ਤੇ ਬਤੌਰ ਚੇਅਰਮੈਨ ਤੁਸੀਂ ਕੁਝ ਮਤਲਬ ਤੁਸੀਂ ਕੋਈ ਪਲਾਨ ਜਾਂ ਐਕਸ਼ਨ ਲੈ ਸਕਦੇ ਹੋ ਤੁਸੀਂ? ਦੇਖੋ ਅਸੀਂ ਇਸ ਤਰ੍ਹਾਂ ਹੈ, 6 ਧਰਮ
ਨੂੰ ਮੈਂ ਰਿਪਰੈਜ਼ੈਂਟ ਕਰਦਾ, ਪਰ ਮੈਂ ਇਹ ਸਮਝਦਾ ਵੀ ਸੱਤਵੇਂ ਧਰਮ ਤੋਂ ਬਿਨਾਂ ਅਸੀਂ ਚੱਲ ਹੀ ਨਹੀਂ ਸਕਦੇ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਸਾਰੇ ਧਰਮ ਦੇ ਲੋਕਾਂ ਨੂੰ ਮਿਲ ਕੇ ਇਹ ਮਨਾਏ ਜਾਣ ਦਿਨ। ਭਾਵੇਂ ਸਾਡੇ ਲਈ ਈਦ ਵੀ ਉਹੀ ਹੈ, ਸਾਡੇ ਲਈ ਕ੍ਰਿਸ਼ਨ ਅਸ਼ਟਮੀ ਵੀ ਉਹੀ ਹੈ, ਤੇ ਸਾਡੇ ਲਈ ਗੁਰਪੁਰਬ ਵੀ ਉਹੀ ਹੈ। ਅਸੀਂ ਸਾਰਿਆਂ ਨੂੰ ਮਿਲ ਕੇ ਰਹਿਣ ਦੀ ਗੱਲ ਕਰਦੇ ਹਾਂ। ਮੈਂ ਹੁਣੇ ਪਿੱਛੇ ਦਲਾਈ ਲਾਮਾ ਜੀ ਨੂੰ ਮਿਲ ਕੇ ਆਇਆ ਸੀ ਇਸੇ ਵਾਸਤੇ ਕਿ ਕਈ ਗੁਰਦੁਆਰਿਆਂ ਦਾ ਵਿਵਾਦ ਹੈ ਬੁੱਧ ਧਰਮ ਤੇ ਸਿੱਖ ਧਰਮ ਵਾਲਿਆਂ ਨਾਲ। ਆਪਾਂ ਉਹਨਾਂ ਦੀ ਵੀ ਗੁੱਡ ਜਿਹੜੀ ਹੈ ਆਫਿਸ ਨੂੰ ਯੂਜ਼ ਕੀਤਾ ਜਾਵੇ, ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ। ਜਲੰਧਰ ਦੇ ਵਿੱਚ ਮਿਨੋਰਿਟੀਜ਼ ਕਮਿਸ਼ਨ ਨਾਲ ਜੁੜਿਆ ਤੁਹਾਡਾ ਇੱਕ ਹੋਰ ਆਖਰੀ ਸਵਾਲ ਮੈਂ ਪੁੱਛੂੰਗਾ, ਉਸ ਤੋਂ ਬਾਅਦ ਸਿਆਸੀ ਗੱਲ ਵੀ ਕਰਾਂਗੇ ਥੋੜੀ ਜਿਹੀ ਤੁਹਾਡੇ ਨਾਲ। ਢਿੱਲੋਂ ਬ੍ਰਦਰ, 2 ਸਗੇ ਭਰਾਵਾਂ ਨੇ ਇੱਕ ਪੁਲਿਸ ਅਫਸਰ ਤੋਂ ਤੰਗ ਆ ਕੇ ਛਾਲ ਮਾਰਤੀ ਸੀ, ਉਹਦੇ ਤੇ ਆਰੋਪ ਲਗਾਇਆ, ਔਰ ਇੱਕ ਦੀ ਤਾਂ ਲਾਸ਼ ਵੀ ਬਰਾਮਦ ਹੋ ਗਈ ਹੈ। ਜਲੰਧਰ ਦੇ ਹੀ ਰਹਿਣ ਵਾਲੇ ਨੇ ਉਹ। ਮੈਂ ਤੁਹਾਡੇ ਤੋਂ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਜਦੋਂ ਉਹਨਾਂ ਨੇ ਦਰਿਆ ਦੇ ਵਿੱਚ ਛਲਾਂਗ ਮਾਰੀ ਤਾਂ ਤੁਸੀਂ ਵੀ ਵੀਡੀਓ ਦੇਖੀ ਹੋਣੀ ਕਿ ਉਹ ਪੱਗ ਦਸਤਾਰ ਉੱਥੇ ਰੱਖ ਕੇ ਉਹਨਾਂ ਨੇ ਛਲਾਂਗ ਮਾਰੀ, ਔਰ ਆਰੋਪ ਉਹਨਾਂ ਦਾ ਇਹ ਸੀਗਾ ਕਿ ਥਾਣੇ ਦੇ ਵਿੱਚ ਵੱਡੇ ਭਰਾ ਦੀ ਦਸਤਾਰ ਲਾਈ ਗਈ ਪੁਲਿਸ ਇੰਸਪੈਕਟਰ ਦੇ ਵੱਲੋਂ ਕੁੱਟਮਾਰ ਦੇ ਵਿੱਚ। ਵਿਵਾਦ ਬਹੁਤ ਬਣਿਆ ਪਿਆ। ਕਮਿਸ਼ਨ ਇਹਦੇ ਤੇ ਕੋਈ ਐਕਸ਼ਨ ਲੈਣਾ ਚਾਹੁੰਦਾ? ਦੇਖੋ, ਮੈਂ ਪਹਿਲੀ ਗੱਲ ਤਾਂ ਉਹਨਾਂ ਨੂੰ ਨੋਟਿਸ ਦਿੱਤਾ ਪੰਜਾਬ ਸਰਕਾਰ ਨੂੰ, ਇਹਦੀ ਪੂਰੀ ਡਿਟੇਲ ਰਿਪੋਰਟ ਮੰਗੀ ਹੈ। ਦੂਜੀ ਗੱਲ, ਮੈਂ ਆਪ ਉੱਥੇ ਜਾ ਰਿਹਾ। ਜਿਹੜਾ ਸਾਬਤ ਸੂਰਤ ਦਸਤਾਰ ਸਿਰਾ ਸਿੱਖ ਦੀ ਪਹਿਚਾਣ ਹੈ, ਜੇ ਪੰਜਾਬ ਦੇ ਵਿੱਚ ਹੀ ਦਸਤਾਰ ਲਾਈ ਜਾਏਗੀ ਤੇ ਅਸੀਂ ਕੈਨੇਡਾ, ਅਮਰੀਕਾ, ਦੂਜੇ ਪਾਸੇ ਜਿੱਥੇ ਸਿੱਖ ਝਗੜੇ ਕਰ ਰਹੇ ਆ ਕਿ ਅਸੀਂ ਸਾਡੀ ਸ਼ਾਨ ਹੈ, ਸਾਡੇ ਸਰੀਰ ਦਾ ਅੰਗ ਹੈ, ਉਹਨਾਂ ਤੇ ਕੀ ਪ੍ਰਭਾਵ ਜਾਏਗਾ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਲੋਕਾਂ ਨੂੰ ਪੁਲਿਸ officer should be wise and impartial friend and a protector against injury to person and property। ਤੁਸੀਂ ਤਾਂ ਸਾਬਕਾ ਪੁਲਿਸ ਅਫਸਰ ਵੀ ਰਹੇ ਹੈ ਜੀ। ਜਦੋਂ ਆਪਾਂ ਐਸਐਚਓ ਨਵਦੀਪ ਤੇ ਜਿਹਦੇ ਤੇ ਇਲਜ਼ਾਮ ਸੀਗਾ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਕਿ ਇਹ ਮੇਰੇ ਇੱਕ ਰੂਟੀਨ ਦਾ ਕਾਰਵਾਈ ਸੀਗੀ, ਜਦੋਂ ਮੈਂ 751 ਦਾ ਪਰਚਾ ਲਾਇਆ ਤੇ ਉਹ ਪੱਗ ਆਪਾਂ ਲਾਣੀ ਹੁੰਦੀ ਹੈ। ਹਾਲਾਂਕਿ ਉਹ ਤੇ ਦਾਅਵਾ ਕਰ ਰਹੇ ਕਿ ਆਪਾਂ ਤੇ ਜਿਹੜੇ ਵਿਅਕਤੀ ਜਿਹਨੇ ਸੁਸਾਈਡ ਕੀਤਾ ਉਹਨੂੰ ਹੀ ਕਿਹਾ ਸੀਗਾ ਕੋਈ ਦਸਤਾਰ ਉਤਾਰ ਦੇ, ਕਿ ਜਦੋਂ ਲੋਕਅਪ ਦੇ ਵਿੱਚ ਰੱਖਣਾ ਹੁੰਦਾ ਤੇ ਕੋਈ ਸੁਸਾਈਡ ਨਾ ਕਰ ਲਵੇ। ਤਾਂ ਇਹ ਪੁਲਿਸ ਦੇ ਵਿੱਚ ਇਸ ਤਰ੍ਹਾਂ ਦਾ ਰੂਲ ਬਣਿਆ ਹੈ, ਤੁਹਾਨੂੰ ਲੱਗਦਾ ਕਿ ਇਹ ਰੂਲ ਨੂੰ ਲੈ ਕੇ ਵੀ ਚਿੰਤਨ ਦਾ ਵਿਸ਼ਾ ਹੈਗਾ? ਨਹੀਂ, ਕੋਈ ਐਸਾ ਰੂਲ ਨਹੀਂ ਹੈਗਾ ਜਿਹਦੇ 'ਚ ਲਿਖਿਆ ਜਾਵੇ ਕਿ ਸਿੱਖ ਅੰਦਰ ਜਾਏਗਾ ਤੇ ਉਹਦੇ 5 ਕਕਾਰ ਲਾਉਣੇ ਆ। ਮੈਂ ਤਾਂ ਨਹੀਂ ਕਿਤੇ ਪੜਿਆ। ਉਹ ਐਸਐਚਓ ਦਾਵਾ ਕਰ ਰਹੇ ਸੀ ਕਿ ਇਹ ਰੂਟੀਨ ਸਾਡੀ ਕਾਰਵਾਈ ਹੈ, ਇਹ ਦਸਤਾਰ ਲਾਣੀ ਪਏਗੀ, ਨਹੀਂ ਤੇ ਅੰਦਰ ਹੋ ਸਕਦਾ ਕਿ ਲੋਕਅਪ ਦੇ ਵਿੱਚ ਸੁਸਾਈਡ ਨਾ ਕਰ ਲੈ। ਨਹੀਂ, ਬਾਹਰ ਸੰਤਰੀ ਪਹਿਰਾ ਲੱਗਾ ਹੁੰਦਾ ਇਸੇ ਕੰਮ ਲਈ, ਜਿਹੜਾ 24 ਘੰਟੇ ਅਲਰਟ ਹੁੰਦਾ, ਦੇਖਣਾ ਹੁੰਦਾ ਕਿ ਉਹਨੇ ਕਿ ਬੰਦੇ ਦੀ ਧਰਮ ਨੂੰ ਨਾ, ਉਹਦੇ ਜਿਹੜੇ ਧਾਰਮਿਕ ਚਿੰਨ੍ਹ ਹੈ ਉਹਨਾਂ ਦੀ ਬੇਅਦਬੀ ਨਾ ਹੋਵੇ। ਇਹ ਉਹਦੀ ਜ਼ਿੰਮੇਵਾਰੀ ਹੈ। ਉਹ ਭਾਵੇਂ ਕਿਸੇ ਨੂੰ ਕਹਿਣਾ ਵੀ ਨਹੀਂ ਚਾਹੀਦਾ, ਭਾਵੇਂ ਮਤਲਬ ਮੰਨ ਲਓ ਕਿ ਜੇ ਕੋਈ ਸਿੱਖ ਦਸਤਾਰਧਾਰੀ ਨੂੰ ਜੇ ਕੋਈ ਆਰੋਪੀ ਲੋਕਾਂ 'ਚ ਬੰਦ ਵੀ ਕਰਨਾ ਹੋਵੇ ਤੇ ਪੁਲਿਸ ਨਹੀਂ ਕਹਿਣਾ ਚਾਹੀਦਾ ਪੁਲਿਸ ਨੂੰ ਕਿ ਦਸਤਾਰ ਲਾ ਦਿਓ ਤੁਸੀਂ, ਭਾਵੇਂ ਆਪਣੇ ਹੱਥੀ ਵੀ ਲਾਵੇ ਬੰਦਾ। ਨਹੀਂ, ਕਿਉਂ ਲਾਉਣੀ ਦਸਤਾਰ ਦਾ? ਉਹਦੇ ਨਾਲ ਕੀ ਸੰਬੰਧ ਹੋਣ ਲੱਗਾ? ਤੁਸੀਂ ਮੁਕੱਦਮਾ ਦਰਜ ਹੋਇਆ, ਇਨਵੈਸਟੀਗੇਸ਼ਨ ਕਰੋ, ਜੇ ਉਹ ਕ੍ਰਿਮੀਨਲ ਚਲਾਨ ਕਰ ਦਿਓ, ਪਰ ਉਹਦਾ ਜਿਹੜਾ ਮਾਨ ਸਨਮਾਨ ਉਦੋਂ ਤੱਕ ਠੇਸ ਨਹੀਂ ਪੁੱਜਣੀ ਚਾਹੀਦੀ। ਫਿਰ ਤਾਂ ਲਾਲਪੁਰਾ ਸਾਹਿਬ ਇਹ ਬੜਾ ਤੁਸੀਂ ਦੋਸ਼ੀ ਕਰਾਰ ਨਾ, ਬੜਾ ਦਿਲਚਸਪ ਤੁਸੀਂ ਵੀ ਪਹਿਲੂ ਇੱਕ ਅੱਗੇ ਫੈਕਟ ਰੱਖਤਾ। ਤਾਂ ਹੁਣ ਉਹਨਾਂ ਪਰਿਵਾਰ ਦੀ ਇਹ ਵੀ ਮੰਗ ਹੈ ਕਿ 295 ਐਕਟ ਵੀ ਲੱਗਣਾ ਚਾਹੀਦਾ ਹੈ ਕਿ ਦਸਤਾਰ ਦੀ ਬੇਅਦਬੀ ਕੀਤੀ, ਔਰ ਉਹ ਐਸਐਚਓ ਇੰਟਰਵਿਊ ਦੇ ਵਿੱਚ ਆਪ ਮੰਨਿਆ ਕਿ ਮੈਂ ਆਪਾਂ ਕਿਹਾ ਕਿ ਦਸਤਾਰ ਲਾ ਦਿਓ, ਭਾਵੇਂ ਉਹਨਾਂ ਨੇ ਨਹੀਂ ਲਾਈ, ਕਹਿੰਦਾ ਮੈਂ ਉਹਨਾਂ ਨੂੰ ਕਿਹਾ ਜ਼ਰੂਰ ਹੈ ਕਿ ਉਹ ਆਪ ਲਾ ਦੇਣ ਦਸਤਾਰ ਨੂੰ। ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹ ਸੁਸਾਈਡ ਕਰਨ ਦਾ ਇੱਕ ਅਟੈਂਪਟ ਵੀ, ਇੱਕ ਜ਼ਰੀਆ ਵੀ ਹੋ ਸਕਦਾ। ਫਿਰ ਤੁਸੀਂ ਹੁਣ ਅੱਗੇ ਇਸ ਤੇ ਕਾਰਵਾਈ ਕਰੋਗੇ ਕਿ 295 ਇਹ ਵੀ ਲੱਗੇ? ਦੇਖੋ, ਅਸੀਂ ਇਹਦੇ ਤੇ ਰਿਪੋਰਟ ਮੰਗੀ ਹੈ, ਪਹਿਲਾਂ ਰਿਪੋਰਟ ਆ ਲੈਣ ਦੀ ਹੈ, ਦੇਖਦੇ ਆ ਕੀ ਤੱਥ ਆਉਂਦੇ ਆ, ਫਿਰ ਰਿਜਾਈਡਰ ਦੇ ਵਿੱਚ ਜਿਹੜਾ ਪਾਰਟੀ ਮਦਈ ਹੁੰਦਾ ਹੈ ਉਹਨੂੰ ਵੀ ਅਸੀਂ ਕਰੀਦਾ। ਹੁਣ ਤਾਂ ਇਹ ਸੂਓ ਮੋਟੋ ਸੀ, ਜੇ ਮਦਈ ਪਾਰਟੀ ਵੱਲੋਂ ਵੀ ਬਾਅਦ 'ਚ ਐਪਲੀਕੇਸ਼ਨ ਆਈ ਹੈ, ਜਦੋਂ ਤੱਕ ਉਹਨਾਂ ਦਾ ਆਮਣੇ ਸਾਹਮਣੇ ਬੈਠ ਕੇ ਨਹੀਂ ਕਰਾਂਗੇ ਕੁਝ ਦੇ ਕੇ ਵਧਾ ਸਕੇ। ਹੁਣ ਸਿਆਸਤ 'ਤੇ ਗੱਲ ਕਰਦੇ ਹਾਂ। ਪੰਜਾਬ 'ਚ ਤੁਹਾਡਾ ਸਿਆਸੀ ਕਰੀਅਰ ਵੀ ਰਿਹਾ, ਤੁਸੀਂ ਇਲੈਕਸ਼ਨ ਵੀ ਲੜੇ ਨੇ। ਪੰਜਾਬ 'ਚ ਹੁਣ ਮਾਹੌਲ ਬਣਿਆ ਹੈ, ਇੰਡੀਆ ਅਲਾਇੰਸ ਬਣ ਗਿਆ ਤੇ ਪੰਜਾਬ ਦੇ ਵਿੱਚ ਕਾਂਗਰਸ ਆਪੋਜੀਸ਼ਨ ਦੇ ਵਿੱਚ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਸਪੈਂਸ ਬਣਿਆ ਪਿਆ ਹੈ ਕਿ ਇਹ ਦੋਵੇਂ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ। ਕੀ ਲੱਗਦਾ ਤੁਹਾਨੂੰ, ਜੇ ਇਕੱਠੇ ਹੋ ਗਏ ਤਾਂ ਫਿਰ ਬੀਜੇਪੀ ਦੇ ਲਈ ਕਿੰਨੀ ਵੱਡੀ ਚੁਣੌਤੀ ਹੈ? ਇਹ ਪਹਿਲਾਂ ਵੀ ਇਕੱਠੇ ਹੀ ਨੇ, ਇਹ ਦੂਰ ਕਿੱਥੋਂ ਹੈਗੇ ਆ। ਇਹ ਜਿਹੜੀ ਆ ਇਹ ਅਲਾਇੰਸ ਜਿਹੜਾ ਹੈ ਸਾਰਾ, ਇਹਨੂੰ ਪਹਿਲੀ ਗੱਲ ਤਾਂ ਵੀ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਇੰਡੀਆ ਸ਼ਬਦ ਜਿਹੜਾ ਨਾ ਉਹਦੇ ਬਾਰੇ ਲਿਖਿਆ ਗਿਆ ਕਿ ਇੰਡੀਆ ਜਿਹੜਾ ਹੈ ਇਹ ਭਾਰਤ ਦੇਸ਼ ਹੈ, ਸਾਨੂੰ ਮਾਣ ਹੋਣਾ ਚਾਹੀਦਾ, ਮੈਂ ਭਾਰਤੀ ਹਾਂ। ਦੂਜੀ ਗੱਲ ਹੈ ਕਿ ਅਲਾਇੰਸ ਅੱਗੇ ਵੀ ਹੋਇਆ, ਯੂਪੀਏ ਜਿਹੜਾ ਇਹਨਾਂ ਦਾ ਸੀਗਾ ਯੂਪੀਏ, ਹਾਂਜੀ, ਸਾਡਾ ਐਨਡੀਏ ਹੈਗਾ, ਹਾਂਜੀ। ਇਹ ਕਿੱਥੋਂ ਨਾ ਇਹਨੇ ਕੱਢ ਕੇ ਰੱਖਿਆ ਜਿਹੜਾ ਗੁਲਾਮੀ ਦਾ ਪ੍ਰਤੀਕ ਹੈ? ਇਹਦਾ ਜਵਾਬ ਇਹੀ ਦੇਣਗੇ। ਦੂਜੀ ਗੱਲ ਹੈ, ਇਹ ਗੱਲਾਂ ਕਰਦੇ ਆ, ਕਰਦੇ ਕੁਛ ਨਹੀਂ। ਗੱਲਾਂ ਤਾਂ ਕਰਦੇ ਆ ਵੀ ਹਮ ਇਹ ਕਰ ਦੇਂਗੇ, ਹਮ ਚੰਨੀ ਕੋ ਅੰਦਰ ਦੇ ਦੇਂਗੇ, ਫਿਰ ਦਿੱਤਾ ਕਿਉਂ ਨਹੀਂ?
ਜਿਹੜਾ ਤੁਹਾਡੇ ਕੋਲੇ ਜੋ ਕੁਝ ਤੁਹਾਡੇ ਕੋਲ ਪਾਵਰਾਂ ਨੇ ਉਹਨੂੰ ਯੂਜ਼ ਕਰੋ। ਮੈਂ ਤਾਂ ਇੱਕ ਗੱਲ ਕਹਾਂਗਾ, ਮੈਨੂੰ ਬਹੁਤਾ ਜ਼ਿਆਦਾ ਡਰਦਾ ਵੀ ਨਹੀਂ ਮੈਂ, ਵੀ ਜਿਹੜਾ ਬੰਦਾ ਅੱਜ ਤੋਂ 15 ਸਾਲ ਤੋਂ 20 ਸਾਲ ਤੋਂ ਗੁੰਡਾ ਪਰਚੀ ਅਗਰਾ ਰਿਹਾ ਨਾ, ਜੰਮੂ ਦਾ ਰਹਿਣ ਵਾਲਾ, ਉਹ ਅਕਾਲੀ ਰਾਜ ਵੇਲੇ ਵੀ ਸੀ, ਕਾਂਗਰਸ ਰਾਜ ਵੇਲੇ ਵੀ ਸੀ, ਅੱਜ ਵੀ ਉਹੀ ਹੈ। ਉਹਨੂੰ ਫੜ ਕੇ ਅੰਦਰ ਦਿੱਤਾ ਗਿਆ। ਮੈਂ ਪਰਸੋਂ ਪਿੰਡ ਨੂੰ ਜਾ ਰਿਹਾ ਸੀ ਰਾਤ ਨੂੰ, ਲੇਟ ਲੁਧਿਆਣਿਓਂ, ਤੇ ਗੜ੍ਹ ਸ਼ੰਕਰ ਤੋਂ ਲੈ ਕੇ ਮੇਰੇ ਆਪਣੇ ਪਿੰਡ ਤੱਕ ਕੇਵਲ ਇੱਕ ਕਾਨਵਾਈ ਜਾ ਰਹੀ ਸੀ ਜਿਹੜੀ ਇਲੀਗਲ ਮਾਈਨਿੰਗ ਦੀ। ਹਾਂਜੀ, ਉਹ ਹੁਣ ਪਤਾ ਲੱਗਾ ਵੀ ਰੇਟ ਜਿਹੜੇ ਆ ਨਾ ਅੱਗੇ ਨਾਲੋਂ ਵੱਧ ਗਏ ਆ ਗੁੰਡਾ ਪਰਚੀ ਦੇ। ਤਾਂ ਦਿਸ ਇਜ਼ ਵਰਸਟ ਥਿੰਗ। ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਨਮੇ ਮਰੈ। ਆਪਾਂ ਲੋਕਾਂ ਨੂੰ ਇਨਸਾਫ ਚਾਹੀਦਾ। ਸਾਡਾ ਪਾਣੀ ਥੱਲੇ ਜਾ ਰਿਹਾ, ਪਾਣੀ ਨੂੰ ਕਿਵੇਂ ਅਸੀਂ ਰੋਕੀਏ? ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ। ਪਰ ਬੀਜੇਪੀ ਲਈ ਚੈਲੰਜ ਬਣ ਸਕਦਾ ਪੰਜਾਬ 'ਚ, ਕਿਉਂਕਿ ਬੀਜੇਪੀ ਤਾਂ ਲਗਾਤਾਰ ਇਕੱਲੇ ਲੜਨ ਦੀ ਗੱਲ ਕਰ ਰਹੀ ਹੈ। ਔਰ ਜੇ ਇਹ ਲੱਗਦਾ ਤੁਹਾਨੂੰ ਚੈਲੰਜ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਾਲਪੁਰਾ ਸਾਹਿਬ ਤੁਹਾਡੀ ਜ਼ਹਿਨ 'ਚ ਕੀ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੀਜੇਪੀ ਨੂੰ ਅਲਾਇੰਸ ਕਰ ਲੈਣਾ ਚਾਹੀਦਾ ਕਿ ਰਿਸ਼ਤੇ ਸੁਖਾਵੇਂ ਹੋ ਸਕਦੇ ਨੇ ਦੋਵੇਂ ਪਾਰਟੀਆਂ ਦੇ? ਦੇਖੋ, ਸਾਡੇ ਤਾਂ ਰਿਸ਼ਤੇ ਅਕਾਲੀ ਦਲ ਸਾਡੇ ਨਾਲ ਹੈ ਆਲਰੇਡੀ। ਅਕਾਲੀ ਦਲ ਸੰਯੁਕਤ ਪਿਛਲੀ ਵਾਰੀ ਵੀ ਅਸੀਂ ਦੇਖੋ ਇਹ ਲੋਕਾਂ ਦੇ ਜਿਹੜਾ ਲੋਕਾਂ ਨੇ ਫੈਸਲਾ ਕਰ ਦਿੱਤਾ। ਉਹ ਪਾਰਟੀ ਜਿਹੜੀ 1952 'ਚ ਵੀ 32 ਸੀਟਾਂ ਜਿੱਤ ਗਈ ਸੀ, ਤੇ ਪੈਪਸੂ ਜਿਹੜਾ ਅੱਧਾ ਪੰਜਾਬ ਸੀ ਉਸ ਵੇਲੇ, ਉਹਦੇ 'ਚ ਗਵਰਨਮੈਂਟ ਬਣਾ ਗਈ ਸੀ। ਅੱਜ ਉਹ 3 ਸੀਟਾਂ 'ਤੇ ਸੀਮਤ ਹੋ ਗਈ ਹੈ। ਅਸੀਂ 1999 'ਚ ਵੀ ਦੇਖਿਆ ਅਕਾਲੀ ਦਲ ਨੂੰ, ਜਦੋਂ ਕੇਵਲ 5% ਵੋਟਾਂ ਨਾਲ ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਵੀ ਕੇਅਰ ਫਾਰ ਦੀ ਸੈਂਟੀਮੈਂਟਸ ਆਫ ਦਾ ਸਿੱਖਸ। ਅਸੀਂ ਸਿੱਖ ਧਰਮ ਨੂੰ, ਜਿਵੇਂ ਆਪ ਜੀ ਕਹਿ ਰਹੇ ਸੀ ਕਿ ਮੋਦੀ ਜੀ ਵਧਾਉਣਾ ਚਾਹੁੰਦੇ ਆ, ਪੰਜਾਬ ਖੜਕ ਪੁੱਜਾ ਸਿੱਖਾਂ ਨੇ। ਅਸੀਂ ਇੱਥੋਂ ਦੇ ਸਿੱਖ ਨਹੀਂ ਹੈਗੇ। ਅਸੀਂ ਉਹਨੂੰ ਵੀ ਯਾਦ ਰੱਖੀਏ ਕਿ ਅਸੀਂ ਕੀ ਭਾਈ ਮੋਹਕਮ ਸਿੰਘ ਹੋਰਾਂ ਦੇ ਦੁਆਰਕਾ ਜੀ ਯੂਨੀਵਰਸਿਟੀ ਬਣਾਈ, ਕੀ ਅਸੀਂ ਭਾਈ ਹਿੰਮਤ ਸਿੰਘ ਦੇ ਪ੍ਰਚਾਰ ਕੇਂਦਰ ਬਣਾਇਆ ਉੜੀਸਾ ਜਗਨਨਾਥਪੁਰੀ ਦੇ ਵਿੱਚ, ਕੀ ਅਸੀਂ ਸਾਹਿਬ ਸਿੰਘ ਲਈ ਪ੍ਰਚਾਰ ਕੇਂਦਰ ਬਿਦਰ ਦੇ ਵਿੱਚ ਬਣਾਇਆ। ਮੇਰਾ ਧਰਮ ਸਿੰਘ ਹੋਰਾਂ ਦਾ ਪਰਿਵਾਰ ਅੱਜ ਵੀ ਮੇਰੇ ਨਾਲ ਹੈ, ਤੇ ਹਸਤਨਾਪੁਰ ਦੇ ਵਿੱਚ ਬਹੁਤ ਸਾਰਾ 27 ਪਿੰਡ ਇਹਨਾਂ ਨੂੰ ਕੀ ਕਹਿੰਦੇ ਆ ਪ੍ਰਸ਼ਾਦੇ ਜਾਟ, ਉਹ ਕਿਸੇ ਵੇਲੇ ਗੁਰੂ ਸਾਹਿਬ ਦੇ ਵੇਲੇ ਸਿੱਖ ਬਣ ਗਿਆ ਸੀ, ਅੱਜ ਸਿੱਖੀ ਤੋਂ ਦੂਰ ਚਲੇ ਗਏ। ਹਲੇ ਵੀ ਦਿਲ ਸ਼ਰਧਾ ਹੈ ਕਿ ਅਸੀਂ ਸਿੱਖ ਬਣੀਏ, ਅਸੀਂ ਆਪਣਾ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਈਏ। ਇਹ ਦੇਸ਼ ਮੇਰਾ ਹੈ, ਸਾਡਾ ਨਹੀਂ। ਪਰ ਜੇ ਦੋਵੇਂ ਪਾਰਟੀਆਂ, ਕੇਂਦਰ ਸਰਕਾਰ ਜੇ ਦੁਬਾਰਾ ਬੀਜੇਪੀ ਦੀ ਸਰਕਾਰ ਵੀ ਬਣਦੀ ਹੈ, ਤਾਂ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਵਿੱਚ ਜੋ ਤੁਸੀਂ ਮਸਲੇ ਚੱਕ ਰਹੇ ਹੋ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੇ ਮਸਲੇ ਠੀਕ ਕਰਨ ਦੇ ਲਈ, ਇਹਨੂੰ ਇੰਪਰੂਵ ਕਰਨ ਦੇ ਲਈ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਵਧੀਆ ਫਾਰਮੂਲਾ ਤੈਅ ਹੋ ਸਕਦਾ? ਦੇਖੋ, ਗੱਲ ਇਹ ਹੈ, ਸਿੱਖਾਂ ਦੇ ਮਸਲੇ ਨਹੀਂ ਚੁੱਕਣੇ ਚਾਹੀਦੇ, ਮਸਲੇ ਹੱਲ ਕਰਨੇ ਚਾਹੀਦੇ। ਅਸੀਂ ਜੋ ਕਹਿੰਦੇ ਆ ਕਰਦੇ ਆ। 78 ਦੇ ਵਿੱਚ ਗੁਰਦੁਆਰਾ ਜਿਹੜਾ ਹਲਕੀ ਪੈੜੀ, ਉਹ ਪਰਿਕਰਮਾ ਚੌੜੀ ਕਰਦਿਆ ਗਿਆ, ਢਾਇਆ ਗਿਆ। ਉਸ ਵੇਲੇ ਪੰਜਾਬ ਦੀ ਸਰਕਾਰ ਕਿੱਥੇ ਸੀ? ਕੌਣ ਮੁੱਖ ਮੰਤਰੀ ਸੀ? SGPC ਦਾ ਪ੍ਰੈਜ਼ੀਡੈਂਟ ਪਾਰਲੀਮੈਂਟ ਮੈਂਬਰ ਸੀ, ਅਕਾਲੀ ਦਲ ਦਾ ਪ੍ਰਧਾਨ ਪਾਰਲੀਮੈਂਟ ਮੈਂਬਰ ਸੀ। ਤੁਸੀਂ ਹਲੇ ਤਾਈਂ ਹੱਲ ਕਿਉਂ ਨਹੀਂ ਕਰਾਇਆ? ਤੁਸੀਂ ਮਸਲਾ ਹਲੇ ਵੀ ਖੜਾ ਕਰਦੇ ਹੋ, ਹੱਲ ਨਹੀਂ ਕਰਾਉਣਾ। ਤਾਂ ਮੈਂ ਤੁਹਾਡੇ ਸ਼ਬਦਾਂ ਤੋਂ ਇਹੀ ਸਮਝ ਸਕਦਾ ਕਿ ਹਜੇ ਰਿਸ਼ਤੇ ਜੁੜਨ ਵਾਲੀ ਗੱਲ ਹੈ ਨਹੀਂ। ਨਹੀਂ, ਅਸੀਂ ਕੁਛ ਨਹੀਂ। ਅਸੀਂ ਸਿੱਖ, ਸਾਡਾ ਦੇਖੋ, ਕਿਸੇ ਧਰਮ ਨਾਲ ਤੇ ਨਾ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰਾਜਨੀਤੀ ਧਰਮੀ ਹੋਣੀ ਚਾਹੀਦੀ ਹੈ। ਜਿਹੜਾ ਰਾਜਨੀਤਿਕ ਬੰਦਾ ਹੈ ਉਹ ਧਰਮੀ ਹੋਵੇ, ਖੜਾ ਹੋਵੇ, ਜਿੱਥੇ ਲੋੜ ਪੈਣ ਤੇ ਉੱਥੇ ਕੰਮ ਕਰੇ। ਜੇ ਮੈਂ ਐਜ਼ ਸਿੱਖ ਚੇਅਰਮੈਨ ਹੈਗਾ ਮਿਨੋਰਟੀ ਕਮਿਸ਼ਨ ਦਾ, ਤੇ ਮੈਨੂੰ ਆਪਣੇ ਧਰਮ ਦੀ ਸੇਵਾ ਕਰਨੀ ਚਾਹੀਦੀ ਹੈ। ਆਈ ਐਮ ਪ੍ਰਾਊਡ ਟੂ ਬੀ ਅ ਸਿੱਖ। ਅੱਜ ਵੀ ਮੇਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੇਰੇ ਘਰ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ, ਮੈਨੂੰ ਮਾਣ ਹੈ। ਮੈਂ ਵੀ ਸਵੇਰੇ ਵੀ ਅੱਜ ਪਾਠ ਕਰਕੇ ਆ, ਪਿੰਡ 'ਚ ਵੀ ਨਿਸ਼ਾਨ ਸਾਹਿਬ ਲੱਗਾ, ਮਹਾਰਾਜ ਦਾ ਪ੍ਰਕਾਸ਼ ਹੈਗਾ। ਸੋ ਅਸੀਂ ਚੰਗੇ ਸਿੱਖ ਬਣੀਏ, ਗੁਰੂ ਨਾਨਕ ਦੇ ਸਿੱਖ ਬਣੀਏ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਬਣੀਏ। ਅਸੀਂ ਮਿਲ ਕੇ ਜੋ ਗੁਰੂਆਂ ਨੇ ਸਾਨੂੰ ਰਾਹ ਦੱਸਿਆ ਉਹਨੂੰ ਤੋੜ ਕੇ ਅਸੀਂ ਆਪਣਾ ਮੀਤ ਹਮ ਸਭ ਕੋ ਕੀਨਾ ਹਮ ਸਭਨਾ ਕੇ ਸਾਜਨ। ਹਾਂਜੀ, ਤਾਂ ਅਸੀਂ ਤਾਂ ਸਾਰਿਆਂ ਦੇ ਮਿੱਤਰ ਹੈਗੇ ਆ, ਤੇ ਅਸੀਂ ਉਹ ਮਿੱਤਰਤਾ ਦਾ ਸੰਦੇਸ਼ ਜਿਹੜਾ ਲੋਕਾਂ 'ਚ ਲੈ ਕੇ। ਆਖਰੀ ਸਵਾਲ, ਬੀਜੇਪੀ ਦੇ ਵਿੱਚ ਜੋ ਸੰਗਠਨ ਜਦ ਬਦਲਾਅ ਕੀਤਾ ਗਿਆ, ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ, ਸਭ ਨਵੀਂ ਟੀਮ ਵਿਖਾਈ ਦੇ ਰਹੀ ਹੈ ਬੀਜੇਪੀ ਦੇ ਵਿੱਚ, ਇਹ ਜਿਹੜਾ ਐਕਸਪੈਰੀਮੈਂਟ ਕੀਤਾ ਹੈ ਇਹ ਕਾਮਯਾਬ ਹੋ ਜੂ? ਦੇਖੋ, ਜਾਖੜ ਜੀ ਬਹੁਤ ਅੱਛੇ ਆਦਮੀ ਹੈ, ਤਜਰਬੇਕਾਰ ਆਦਮੀ ਹੈ। ਅਸੀਂ ਬੀਜੇਪੀ ਵਾਲੇ ਨੂੰ ਪ੍ਰਧਾਨ ਬਣਾਇਆ, ਕਾਫੀ ਦੇਰ ਤੋਂ ਸਾਡੀ ਪਾਰਟੀ ਲਈ ਕੰਮ ਕਰ ਰਹੇ, ਅੱਛੀ ਗੱਲ ਕਰਦੇ ਆ, ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਹੈ। ਅਸੀਂ ਹੁਣ ਜਦੋਂ ਪਾਸਟ ਅਸੀਂ ਛੱਡ ਕੇ ਆਏ ਆ, ਜਿਹੜੇ ਪਾਸਟ ਉਹਨਾਂ ਦਾ ਅਸੀਂ ਪਾਸ ਤਾਂ ਕਰਕੇ ਨਹੀਂ ਕਰ ਰਹੇ, ਅਸੀਂ ਇਸ ਕਰਕੇ ਬਣਾਇਆ ਪ੍ਰਧਾਨ ਕੋ ਸਾਡੀ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਲੈ ਕੇ ਜਾਣ ਵਾਲੇ ਆ। ਸੋ ਸਭ ਨੂੰ ਮਿਲ ਕੇ ਅਸੀਂ ਲੋਕਾਂ ਨੂੰ ਜਿਹੜਾ ਸਾਡਾ ਸੰਦੇਸ਼ ਹੈ ਆਪਸੀ ਭਾਈਚਾਰੇ ਦਾ, ਮਜ਼ਬੂਤੀ ਦਾ, ਪੰਜਾਬ ਦੇ ਵਿਕਾਸ ਦਾ, ਨਸ਼ਿਆਂ ਤੇ ਕਬਜ਼ੇ ਦਾ,
ਤੇ ਖਾਸ ਕਰਕੇ ਜਸਟਿਸ ਫਾਰ ਆਲ, ਉਹਦੇ ਲਈ ਅਸੀਂ ਬਿਲਕੁਲ ਲਾਲਪੁਰਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਇਹ ਸਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਜਿਨ੍ਹਾਂ ਨੇ ਬਹੁਤ ਅਹਿਮ ਪਹਿਲੂਆਂ ਤੇ ਆਪਣੀ ਰਾਏ ਰੱਖੀ। ਪੰਜਾਬ ਦੇ ਵਿੱਚ ਜਗਰਾਤਿਆਂ ਨੂੰ ਲੈ ਕੇ ਜੋ ਮਸਲਾ ਚੱਲ ਰਿਹਾ ਹੈ ਉਹਦੇ ਤੇ ਇਹਨਾਂ ਨੇ ਦੱਸਿਆ ਕਿ ਕਮਿਸ਼ਨ ਦੇ ਨੋਟਿਸ ਦੇ ਵਿੱਚ ਹੈ। ਢਿੱਲੋਂ ਬ੍ਰਦਰਜ਼ ਦੇ ਸੁਸਾਈਡ ਕੇਸ ਨੂੰ ਲੈ ਕੇ ਉਹ ਇਹਨਾਂ ਦੇ ਜ਼ਹਿਨ ਦੇ ਵਿੱਚ, ਔਰ ਕਨਵਰਜਨ ਨੂੰ ਲੈ ਕੇ ਵੀ ਲਗਾਤਾਰ ਜਿਹੜਾ ਕਮਿਸ਼ਨ ਹੈ ਉਹ ਅਲਰਟ ਤੇ ਹੈ। ਦੇਖਦੇ ਰਹੋ ਦੈਨਿਕ ਸਵੇਰਾ TV।